ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਕੀ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਿੱਜਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟਾਈਮ ਤੇ ਹੀ ਲੱਗਦਾ ਕਿ ਲੇਟ ਹੋ ਗਿਆ? ਨਹੀਂ, ਸਟਾਰਟ ਕਰਨ ਲੱਗੇ ਆ ਜੀ। ਉਹ ਸ਼ੁਰੂ ਕਰੋ ਸਰ, ਸ਼ੁਰੂ ਕਰੋ। ਫਤਿਹ ਨਾ ਬੁਲਾਇਓ ਸੰਗਤ ਜੀ, ਹੁਣ ਕੱਲ ਕਰਾਂਗੇ ਫਤਿਹ। 302 ਅੰਗ ਦੇ ਉੱਤੇ ਹੈਗੇ ਆ ਆਪਾਂ। 6ਵੀਂ ਜਿਹੜੀ ਹੈਗੀ ਆ ਪੌੜੀ ਲੈਣੀ ਆ। ਉਸ ਤੋਂ ਪਹਿਲਾਂ ਸ਼ਲੋਕ ਹੈਗੇ। ਚੌਥੀ ਪਾਤਸ਼ਾਹੀ ਦਾ ਸ਼ਲੋਕ ਹੈ। ਚੌਥੀ ਪਾਤਸ਼ਾਹੀ ਦੀ ਵਾਰ ਹੈ। ਚੌਥੀ ਪਾਤਸ਼ਾਹੀ ਦੀ ਪੌੜੀ ਵੀ ਹੈਗੀ। ਸਾਰੀਆਂ ਪੌੜੀਆਂ ਚੌਥੀ ਪਾਤਸ਼ਾਹੀ ਦੀਆਂ ਹੈਗੀਆਂ। ਸ਼ਲੋਕ ਮਹਲਾ ਚੌਥਾ। ਹਰ ਸਤ ਨਿਰੰਜਨ ਅਮਰ ਹੈ, ਨਿਰਭਉ ਨਿਰਵੈਰ ਨਿਰੰਕਾਰ। ਮਹਾਰਾਜ ਕਹਿੰਦੇ ਕਿ ਜਿਸ ਦੀ ਭਗਤੀ ਕਰਨੀ ਆ, ਜਿਸ ਨੇ ਆਪਾਂ ਨੂੰ ਜਿਹੜਾ ਹੈਗਾ ਇਹ ਸੰਸਾਰ ਦੇ ਵਿੱਚ ਭੇਜਿਆ ਹੈਗਾ, ਜਿਸ ਨੇ ਆ ਸਰੀਰ ਦਿੱਤਾ ਹੈ, ਜਿਸ ਨੇ ਆ ਧਰਤੀ ਅਸਮਾਨ ਬਣਾਇਆ, ਜਿਸ ਨੇ ਇਹ ਪ੍ਰਕਿਰਤੀ ਬਣਾਈ ਆ, ਜੋ ਆਪਾਂ ਨੂੰ ਖਾਣ ਨੂੰ ਪੀਣ ਨੂੰ ਸਾਰਾ ਦੇ ਰਿਹਾ, ਜੋ ਆਪਣੀ ਪਰਵਰਿਸ਼ ਕਰ ਰਿਹਾ ਆ, ਉਹ ਹਮੇਸ਼ਾ ਰਹਿਣ ਵਾਲਾ ਹੈ। ਸੱਤ ਆ ਉਹ ਸੱਤ ਆ। ਉਸ ਚੋਂ ਸਾਰਾ ਕੁਝ ਪੈਦਾ ਹੋਇਆ ਆ। ਉਹ ਸੱਤ ਹੈ, ਹਮੇਸ਼ਾ ਰਹਿਣ ਵਾਲਾ ਹੈਗਾ। ਔਰ ਨਿਰਅੰਜਨ ਹੈਗਾ। ਇਹ ਮਾਇਆ ਅੰਜਨ ਜਿਹੜੀ ਹੈਗੀ ਉਹ ਮਾਲਕ ਪਰਮਾਤਮਾ ਨੇ ਬਣਾਈ ਹੈਗੀ। ਉਹਨੂੰ ਮਾਲਕ ਪਰਮਾਤਮਾ ਜਿਹੜਾ ਹੈਗਾ ਉਹ ਇਸ ਤੋਂ ਉੱਪਰ ਹੈਗਾ। ਇਹ ਉਹਦੀ ਸ਼ਕਤੀ ਹੈਗੀ। ਹਰ ਸਤ ਨਿਰੰਜਨ ਅਮਰ ਹੈ। ਉਹ ਅਮਰ ਹੈ ਹਮੇਸ਼ਾ। ਪਹਿਲਾਂ ਵੀ ਸੀਗਾ, ਹੁਣ ਵੀ ਹੈਗਾ, ਗਾਹਾਂ ਵੀ ਰਹੇਗਾ। ਨਿਰਭਉ, ਉਹਨੂੰ ਕਿਸੇ ਦਾ ਡਰ ਨਹੀਂ ਹੈਗਾ। ਨਿਰਵੈਰ, ਉਹਨੂੰ ਕਿਸੇ ਨਾਲ ਵੈਰ ਨਹੀਂ ਹੈਗਾ। ਨਿਰੰਕਾਰ, ਉਹਦਾ ਕੋਈ ਆਕਾਰ ਨਹੀਂ ਹੈਗਾ। ਇਹ ਮਾਇਆ ਪੰਜਾਂ ਤੱਤਾਂ ਤੋਂ ਉੱਪਰ ਹੈਗਾ। ਉਹ ਪੰਜਾਂ ਤੱਤਾਂ ਦੇ ਵਿੱਚ ਉਹਦਾ ਕੋਈ ਆਕਾਰ ਨਹੀਂ ਹੈਗਾ ਮਾਲਕ ਦਾ। ਉਹ ਪ੍ਰਕਾਸ਼ ਰੂਪ ਹੈਗਾ। ਉਹ ਜੋਤ ਹੈਗਾ। ਔਰ ਜੋਤ ਜਿਹੜੀ ਇਹਨਾਂ ਅੱਖਾਂ ਦੇ ਨਾਲ ਨਹੀਂ ਦਿਸਦੀ। ਆਪਣੀ ਜੋਤ ਤਾਂ ਜਿਹੜੀ ਹੈਗੀ ਮੈਗਨੇਟਿਕ ਪਾਵਰ, ਜਿਹੜੀ ਸ਼ਕਤੀ ਜਿਹੜੀ ਹੈਗੀ ਮੈਗਨੇਟਿਕ ਰੇਜ਼ ਨੂੰ ਨਹੀਂ ਦੇਖ ਸਕਦੀ। ਆਪਣੀ ਜੋਤ ਤਾਂ ਜਿਹੜੀ ਹੈਗੀ ਇਲੈਕਟ੍ਰਿਸਿਟੀ ਨੂੰ ਨਹੀਂ ਦੇਖ ਸਕਦੀ। ਹਰ ਸਤ ਨਿਰੰਜਨ ਅਮਰ ਹੈ, ਨਿਰਭਉ ਨਿਰਵੈਰ ਨਿਰੰਕਾਰ। ਜਿਨ ਜਪਿਆ ਇੱਕ ਮਨ ਇੱਕ ਚਿੱਤ, ਤਿਨ ਲੱਥਾ ਹਉਮੈ ਭਾਰ। ਹਉਮੈ ਆਪਾਂ ਆਏ ਹਾਂ, ਆਪਾਂ ਆਪਣੇ ਆਪ ਨੂੰ ਸਮਝਦੇ ਹਾਂ। ਜੇ ਪੁੱਛੀਏ ਵੀ ਤੂੰ ਕੌਣ ਆ, ਆਪਾਂ ਸਮਝਦੇ ਹਾਂ ਮੈਂ ਆਪਣਾ ਨਾਮ ਦੱਸਾਂਗੇ, ਸਰੀਰ ਦੱਸਾਂਗੇ, ਪਾਏ ਬੰਦਾ ਤੀਵੀਂ, ਬਸ ਔਰ ਆਪਾਂ ਤਾਂ ਇਹ ਹੈ ਨਹੀਂ ਗੇ ਭਾਈ। ਜਿਨ ਜਪਿਆ ਇੱਕ ਮਨੇ ਇੱਕ ਚਿੱਤ, ਇੱਕ ਮਨ ਹੋ ਕੇ। ਜਿਹੜਾ ਬੀਜ ਹੈਗਾ, ਜੇ ਬੀਜ ਬੀਜਣਾ ਚਾਹੀਏ ਤੇ ਦੁਫਾੜ ਬੀਜ ਨਹੀਂ ਉੱਗਦਾ ਹੁੰਦਾ। ਔਰ ਆਪਣੇ ਮਨ ਦੇ ਤਾਂ ਪਤਾ ਨਹੀਂ ਕਿੰਨੇ ਕੁ ਟੋਟੇ ਹੋਏ ਪਏ ਆ। ਕਿਹੜੇ ਪਾਸੇ ਨੂੰ ਮਨ ਕੀ ਚਾਹੁੰਦਾ ਹੈਗਾ ਭਾਈ। ਕਿੰਨੀਆਂ ਇੱਛਾਵਾਂ ਹੈਗੀਆਂ, ਕਿੰਨੇ ਇਹਦੇ ਵਿਚਾਰ ਹੈਗੇ, ਕਿੰਨੇ ਇਹਦੇ ਜਿਹੜੇ ਹੈਗੇ ਇਹ ਲਹਿਰਾਂ ਚੱਲਦੀਆਂ। ਜਿਨ ਜਪਿਆ ਇੱਕ ਮਨੇ ਇੱਕ ਚਿੱਤ। ਔਰ ਚਿੱਤ ਦੇ ਵਿੱਚ ਵੀ ਦੇਖ ਲਓ ਕਿਸ ਤਰ੍ਹਾਂ ਦੇ ਜਿਹੜੇ ਆ ਸਾਰਾ ਪਾਸਟ ਦੀਆਂ ਫਿਲਮਾਂ ਘੁੰਮਦੀਆਂ ਫਿਰਦੀਆਂ। ਤਿੰਨ ਲੱਥਾ ਹਉਮੈ ਭਾਰ। ਕਹਿੰਦੇ ਉਹਨਾਂ ਦਾ ਭਾਰ ਲੱਥ ਸਕਦਾ ਆ ਇੱਕ ਉਸ ਮਾਲਕ ਪਰਮਾਤਮਾ ਨੇ। ਉਹ ਮਾਲਕ ਪਰਮਾਤਮਾ ਜਿਹੜਾ ਹਮੇਸ਼ਾ ਰਹਿਣ ਵਾਲਾ ਹੈ, ਜਿਹਦਾ ਕੋਈ ਬੈਰ ਨਹੀਂ ਹੈ, ਮਾਇਆ ਤੋਂ ਪਰੇ ਹੈਗਾ, ਜਿਹਦਾ ਕੋਈ ਆਕਾਰ ਨਹੀਂ ਹੈ ਪੰਜਾਂ ਤੱਤਾਂ ਦੇ ਵਿੱਚ। ਜੇ ਸੰਸਾਰ ਦੇ ਵਿੱਚ ਆਏ ਆ, ਪ੍ਰਕਿਰਤੀ ਦੇ ਵਿੱਚ ਆਏ ਆ, ਜੇ ਇਸ ਰੇਸ ਚੋਂ ਜਿਹੜਾ ਪ੍ਰਕਿਰਤੀ ਚੋਂ ਜਿਹੜਾ ਹੈਗਾ ਇਸ ਦੀ ਕੈਦ ਚੋਂ ਜੇ ਆਪਾਂ ਆਜ਼ਾਦ ਹੋਣਾ ਚਾਹੁੰਦੇ ਹਾਂ ਤੇ ਭਾਈ ਉਹ ਸੱਤ ਦੇ ਨਾਲ ਆਪਾਂ ਨੂੰ ਜੁੜਨਾ ਪਊਗਾ। ਇੱਕ ਸੱਤ ਹੈਗਾ ਔਰ ਇੱਕ ਝੂਠ ਹੈਗਾ। ਸੱਤ ਦੇ ਨਾਲ ਜੁੜਾਂਗੇ, ਸੱਤ ਦੀ ਡਿਮਾਂਡ ਕਰਾਂਗੇ ਤੇ ਸੱਤ ਹੋ ਜਾਵਾਂਗੇ ਆਪਾਂ ਵੀ। ਤਾਂ ਇਹ ਹਉਮੈ ਦਾ ਭਾਰ ਜਿਹੜਾ ਹੈਗਾ, ਇਹ ਝੂਠ ਜਿਹੜਾ ਹੈਗਾ ਇਹ ਭਾਰ ਲੈ ਜਾਏਗਾ। ਤਾਂ ਇਹ ਜਿਹੜਾ ਕਾਰਨਸ਼ੀਲ ਨਸ਼ਟ ਹੋ ਜਾਏਗਾ। ਹਰ ਸਤ ਨਿਰੰਜਨ ਅਮਰ ਹੈ, ਨਿਰਭਉ ਨਿਰਵੈਰ ਨਿਰੰਕਾਰ। ਜਿਨ ਜਪਿਆ ਇੱਕ ਮਨ ਇੱਕ ਚਿੱਤ, ਤਿਨ ਲੱਥਾ ਹਉਮੈ ਭਾਰ। ਜਿਨ ਗੁਰਮੁਖੇ ਹਰ ਅਰਾਧਿਆ, ਤਿਨ ਸੰਤ ਜਨਾ ਜੈਕਾਰ। ਹੁਣ ਉੱਪਰ ਲਿਖਿਆ ਜਿਨ ਜਪਿਆ ਇੱਕ ਮਨ ਇੱਕ ਚਿੱਤ, ਤਿਨ ਲੱਥਾ ਹਉਮੈ ਭਾਰ। ਇਹਦੇ 'ਚ ਇਹ ਨਹੀਂ ਦੱਸਿਆ ਵੀ ਜਪਣਾ ਕਿਸ ਤਰੀਕੇ ਦੇ ਨਾਲ ਆ, ਕਿਹੜੇ ਗਿਆਨ ਦੇ ਨਾਲ, ਕਿਹਦੀ ਇੰਸਟਰਕਸ਼ਨ ਦੇ ਨਾਲ ਜਪਣਾ ਹੈਗਾ, ਭਗਤੀ ਕਿਵੇਂ ਕਰਨੀ ਆ। ਇੱਥੇ ਕਲੀਅਰ ਕੱਟ ਕਰਤਾ। ਜਿਨ ਗੁਰਮੁਖੇ ਹਰ ਅਰਾਧਿਆ। ਕਹਿੰਦੇ ਭਾਈ ਸਿਰਫ ਬ੍ਰਹਮ ਗਿਆਨੀ ਜਿਨ੍ਹਾਂ ਨੇ ਇਹ ਯਾਤਰਾ ਕਰ ਲਈ ਆ,
ਉਹਨਾਂ ਦੇ ਇੰਸਟਰਕਸ਼ਨ ਦੇ ਨਾਲ, ਜਿਨ੍ਹਾਂ ਨੇ ਪਰਮੇਸ਼ਰ ਨੂੰ ਉਹਨੂੰ ਆਰਾਧਨਾ ਕੀਤੀ। 3 ਸੰਤ ਜਨਾਂ ਜੈਕਾਰ, ਕਹਿੰਦੇ ਉਹ ਆ ਸੰਤ ਜਨ। ਉਹਨਾਂ ਨੇ ਆਪਣੇ ਜਿਹੜੇ ਹੈਗੇ ਆ ਇਹ ਮਨ ਨੂੰ ਜਿਹੜਾ ਹੈਗਾ, ਮਨ ਨੂੰ ਸ਼ਾਂਤੀ ਆ ਜਾਣੀ ਆ ਉਹਨਾਂ ਦੇ ਮਨ ਨੂੰ, ਉਹਨਾਂ ਨੇ ਸਾਧ ਲੈਣਾ ਇਸ ਮਨ ਨੂੰ। ਉਹਨਾਂ ਨੂੰ ਜੈਕਾਰ ਆ ਪਾਏ, ਕਿਉਂਕਿ ਉਹ ਸਹੀ ਰਸਤੇ 'ਤੇ ਚੱਲ ਰਹੇ। ਜਿਨ ਗੁਰਮੁਖੇ ਹਰ ਆਰਾਧਿਆ, ਔਰ ਜਿਨ੍ਹਾਂ ਨੇ ਆਰਾਧ ਲਿਆ ਉਹ ਸੰਤ ਜਨ ਆ, ਸਾਧੂ ਹੈ, ਉਹ ਜਿਹੜੇ ਹੈਗੇ ਗੁਰੂ ਹੈਗੇ, ਉਹ ਜਿਹੜੇ ਹੈਗੇ ਆ ਉਹ ਦੂਸਰੇ ਨੂੰ ਮਾਰਗ ਦਰਸ਼ਨ ਕਰ ਸਕਦੇ ਆ। ਉਹਨਾਂ ਦੀ ਜੈ ਜੈਕਾਰ ਆ ਲੋਕ ਪਰਲੋਕ ਦੇ ਵਿੱਚ। ਕੋਈ ਨਿੰਦਾ ਕਰੇ ਪੂਰੇ ਸਤਿਗੁਰੂ ਕੀ, ਤਿਸਨੂੰ ਫਿੱਟ ਫਿੱਟ ਕਹੈ ਸਭ ਸੰਸਾਰ। ਔਰ ਐਸੇ ਜਿਹੜੇ ਬ੍ਰਹਮ ਗਿਆਨੀ ਹੁੰਦੇ ਆ, ਜੇ ਕੋਈ ਉਹਨਾਂ ਦੀ ਨਿੰਦਾ ਕਰਦਾ ਆ, ਨਿੰਦਾ ਕੌਣ ਕਰੂਗਾ? ਜਿਹੜਾ ਝੂਠ ਦੇ ਨਾਲ ਜੁੜਿਆ ਹੋਇਆ ਹੈ, ਜਿਹਨੂੰ ਸੱਚ ਨਹੀਂ ਪਾਊਗਾ, ਜਿਹਨੂੰ ਸੱਚ ਨਹੀਂ ਚੰਗਾ ਲੱਗਦਾ, ਉਹਨੇ ਸੱਚ ਦੀ ਨਿੰਦਾ ਕਰਨੀ ਹੈ। ਕੋਈ ਨਿੰਦਾ ਕਰੇ ਪੂਰੇ ਸਤਿਗੁਰੂ ਕੀ, ਤਿਸਨੂੰ ਫਿੱਟ ਫਿੱਟ ਕਹੈ ਸਭ ਸੰਸਾਰ। ਕਹਿੰਦੇ ਸੰਸਾਰ ਦੇ ਵਿੱਚ ਉਹਨੂੰ ਫਟਕਾਰ ਪਾਊਗੀ ਭਾਈ। ਸਤਿਗੁਰ ਵਿੱਚ ਆਪ ਵਰਤਦਾ ਹਰ ਆਪੇ ਰੱਖਣਹਾਰ। ਸਤਿਗੁਰੂ ਦੇ ਵਿੱਚ ਤਾਂ ਉਹ ਮਾਲਕ ਪਰਮਾਤਮਾ ਵਰਤ ਰਿਹਾ ਆ, ਸਤਿਗੁਰੂ ਦੇ ਮੁਖ ਤੋਂ ਮਾਲਕ ਪਰਮਾਤਮਾ ਬੋਲ ਰਿਹਾ ਆ। ਹਰ ਆਪੇ ਰੱਖਣਹਾਰ, ਉਹ ਮਾਲਕ ਪਰਮਾਤਮਾ ਜਿਹਨੇ ਸ੍ਰਿਸ਼ਟੀ ਬਣਾਈ ਹੈ, ਜਿਹਨੇ ਨੈਗੇਟਿਵਿਟੀ ਪੋਜ਼ਿਟਿਵਿਟੀ ਸਾਰਾ ਬਣਾਇਆ ਹੋਇਆ ਪਾਏ, ਜਿਹਨੇ ਕੋਨੇ ਰੱਖਣਾ ਹੈ, ਉਹ ਮਾਲਕ ਪਰਮਾਤਮਾ ਆਪ ਆ ਉਹਦਾ ਰੱਖਣਹਾਰਾ। ਤਾਂ ਧੰਨ ਧੰਨ ਗੁਰੂ ਗੁਣ ਗਾਵਦਾ, ਤਿਸਨੂੰ ਸਦਾ ਸਦਾ ਨਮਸਕਾਰ। ਕਹਿੰਦੇ ਧਾਨਿਆ ਭਾਈ ਉਹ ਸਤਿਗੁਰੂ, ਉਹ ਪਰਮੇਸ਼ਰ ਦੀ ਭਗਤੀ ਕਰਨ ਵਾਲਾ, ਪਰਮੇਸ਼ਰ ਦੇ ਗੁਣ ਗਾਉਣ ਵਾਲਾ, ਉਹਨੂੰ ਤਾਂ ਮੇਰੀ ਹਮੇਸ਼ਾ ਹਮੇਸ਼ਾ ਮੈਂ ਨਤਮਸਤਕ ਹਾਂ ਉਹਦੇ ਅੱਗੇ, ਮੇਰੀ ਨਮਸਕਾਰ ਆ ਉਹਨੂੰ ਹਮੇਸ਼ਾ ਹਮੇਸ਼ਾ। ਜਨ ਨਾਨਕ ਤਿਨ ਕੋ ਵਾਰਿਆ, ਜਿਨ ਜਪਿਆ ਸਿਰਜਣਹਾਰ। ਵਾਪਸ ਸਟਾਰਟਿੰਗ ਜਿਹੜੀ ਗੱਲ ਕਹੀ ਸੀਗੀ, ਉਹ ਜਿਨ ਜਪਿਆ ਇੱਕ ਮਨੇ ਇੱਕ ਚਿੱਤ, ਤਿੰਨ ਲੱਥਾ ਹਉਮੈ ਪਾਰ। ਆਖਰੀ ਜਨ ਨਾਨਕ ਤਿਨ ਕੋ ਵਾਰਿਆ, ਉਹਨਾਂ ਨੂੰ ਮੈਂ ਤਾਂ ਵਾਰਨੇ ਜਾਣਾ ਹੈ ਪਾਏ। ਜਿਨ ਜਪਿਆ ਸਿਰਜਣਹਾਰ, ਜਿਨ੍ਹਾਂ ਨੇ ਉਸ ਸਿਰਜਣਹਾਰ ਪੈਦਾ ਕਰਨ ਵਾਲੇ, ਸ੍ਰਿਸ਼ਟੀ ਨੂੰ ਸਾਨੂੰ ਪੈਦਾ ਕਰਨ ਵਾਲੇ ਉਸ ਮਾਲਕ ਪਰਮਾਤਮਾ ਦਾ ਧਿਆਨ ਕੀਤਾ, ਉਹਨਾਂ ਨੂੰ। ਔਰ ਪੂਰੇ ਗੁਰੂ ਦੇ ਅਨੁਸਾਰ, ਜਿਨ ਗੁਰਮੁਖੇ ਹਰ ਆਰਾਧਿਆ ਹਰੀ, 3 ਸੰਤ ਜਨਾਂ ਜੈਕਾਰ। ਆਖਰੀ ਦੇ ਵਿੱਚ ਕਹਿੰਦੇ ਆ ਜਨ ਨਾਨਕ ਤਿਨ ਕੋ ਵਾਰਿਆ, ਜਿਨ ਜਪਿਆ ਸਿਰਜਣਹਾਰ, ਜਿਹਨੇ ਇਸ ਤਰ੍ਹਾਂ ਮਾਲਕ ਪਰਮਾਤਮਾ ਦੀ ਸੱਚ ਦੀ ਭਗਤੀ ਕੀਤੀ, ਸੱਚ ਦੀ ਡਿਮਾਂਡ ਕੀਤੀ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਸਾਧ ਸੰਗਤ ਜੀ। ਦੇਖੋ ਗੱਲ ਤੇ ਗੁਰੂ ਨਾਨਕ ਪਾਤਸ਼ਾਹ ਨੇ ਉਦੋਂ ਕਲੀਅਰ ਕਰ ਦਿੱਤੀ ਸੀ, ਜਦੋਂ ਮੁਸਲਮਾਨ ਇੱਕ ਮਨੁੱਖ ਉਹਨਾਂ ਨੂੰ ਕਹਿੰਦਾ ਕਿ ਆਓ ਗੁਰੂ ਨਾਨਕ ਜੀ, ਤੁਸੀਂ ਤੇ ਕਹਿੰਦੇ ਜੋ ਅੱਲਾ ਤੇ ਰਾਮ ਇੱਕੋ ਆ, ਤੇ ਸਾਡੇ ਨਾਲ ਚੱਲੋ ਤੇ ਆਪਾਂ ਨਮਾਜ਼ ਅਦਾ ਕਰੀਏ। ਹੁਣ ਜਦੋਂ ਨਮਾਜ਼ ਅਦਾ ਕਰਨ ਗਏ ਤੇ ਉਸ ਵਕਤ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਕਿ ਜੇਕਰ ਤੇਰਾ ਮਨ ਨਮਾਜ਼ ਦੇ ਵਿੱਚ ਨਹੀਂ ਆ ਤੇ ਤੇਰੀ ਨਮਾਜ਼ ਜਿਹੜੀ ਆ ਪ੍ਰਮਾਤਮਾ ਦੇ ਘਰ ਸਵੀਕਾਰ ਨਹੀਂ ਹੋਣੀ। ਬੇਸ਼ੱਕ ਤੂੰ 5 ਵਕਤ ਆਉਂਦੇ ਆ, ਕੋਈ ਫਰਕ ਨਹੀਂ ਪੈਣ ਦਿਆ। ਗੱਲ ਨਮਾਜ਼ ਤੇ ਨਹੀਂ ਹੋਈ, ਗੱਲ ਸਾਡੇ ਤੇ ਵੀ ਹੋਈ ਸੀ ਉਦੋਂ, ਪਰ ਆਪਣੇ ਲੋਕਾਂ ਨੇ ਇਸ ਗੱਲ ਨੂੰ ਵੈਰੀਫਾਈ ਨਹੀਂ ਕੀਤਾ, ਕਿਉਂਕਿ ਇਹ ਜਿਹੜੇ ਲੋਕੀ ਆਪਣੇ ਆਪ ਨੂੰ ਵਿਦੰਤੀ ਕਹੀ ਜਾਂਦੇ ਆ, ਇਹ ਜ਼ਿਆਦਾ ਆਊਟਲੁੱਕ ਤੇ ਜ਼ਿਆਦਾ ਧਿਆਨ ਦਿੰਦੇ ਆ, ਕਿਉਂਕਿ ਆਊਟਲੁੱਕ ਦੇ ਵਿੱਚ ਜਿਹੜਾ ਬੰਦੇ ਨੂੰ ਬੰਨਣਾ ਬੜਾ ਆਸਾਨ ਆ। ਜਦੋਂ ਬੰਦੇ ਨੂੰ ਗਿਆਨ ਹੋ ਜਾਂਦਾ ਹੈ ਫਿਰ ਉਹਨੂੰ ਤੁਸੀਂ ਕੰਟਰੋਲ ਨਹੀਂ ਕਰ ਸਕਦੇ। ਇਹ ਪ੍ਰੋਬਲਮ ਹੈ। ਇਸ ਕਰਕੇ ਇਹ ਫਿਜ਼ੀਕਲੀ ਧਰਮ ਤੁਹਾਨੂੰ ਜ਼ਿਆਦਾ ਦਿੱਤਾ ਜਾਂਦਾ ਹੈ। ਇਹ ਚ ਨੂੰ ਆਪ ਅੰਡਰਸਟੈਂਡ ਕਰੋ। ਉਹਦਾ ਕਾਰਨ ਹੁੰਦਾ ਹੈ ਕਿਉਂਕਿ ਤੁਹਾਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਤੇ ਜਦੋਂ ਕਿਸੇ ਨਾਲ ਆਤਮ ਗਿਆਨ ਦੀ ਗੱਲ ਕਰੀਦੀ ਹੈ ਤੇ ਉਹ ਬੰਦਾ ਨਾਸਤਿਕ ਹੋ ਜਾਂਦਾ ਹੈ। ਨਾਸਤਿਕ ਮਤਲਬ ਸੰਸਾਰ ਦੀ ਨਜ਼ਰ ਚ। ਕਿਉਂ? ਕਿਉਂਕਿ ਉਹ ਕਰਮ ਕਾਂਡ ਨਹੀਂ ਕਰਦਾ, ਉਹ ਆਕਾਰ ਦੇ ਨਾਲ ਨਹੀਂ ਜੁੜਦਾ ਉਹ। ਹਾਂ, ਤੁਸੀਂ ਕਹੋਗੇ ਉਹ ਤੇ ਨਾਸਤਿਕ ਹੈ, ਫਿਰ ਇਹਨਾਂ ਕਹਿਣਾ ਤੁਹਾਨੂੰ ਪੰਥ ਦੇ ਵਿੱਚੋਂ ਛੇਦ ਦੋ, ਇਹਨੂੰ ਕੱਢ ਦੋ ਬਾਹਰ, ਇਹ ਸਾਡੇ ਕੰਮ ਦਾ। ਕਿਉਂਕਿ ਸਾਡਾ ਤਰੀਕੇ ਨੂੰ ਇਹ ਉਹਦੇ ਖਿਲਾਫ ਪ੍ਰਚਾਰ ਕਰਦਾ ਪਿਆ ਹੈ, ਉਹਦੇ ਖਿਲਾਫ ਹੋ ਗਿਆ ਹੈ।
ਫਿਰ ਇਹ ਸਾਡੇ ਕੰਮ ਦਾ ਨਹੀਂ, ਕਿਉਂਕਿ ਇਹਦੀ ਆਵਾਜ਼ ਸੁਣ ਕੇ ਦੂਜੇ ਵੀ ਜਾਗ ਜਾਣਗੇ, ਪ੍ਰੋਬਲਮ ਹੋ ਜਾਏਗੀ। ਇਹ ਕਰਕੇ ਕਹਿੰਦੇ ਇਹਨੂੰ ਬਾਹਰ ਕੱਢ ਦਿਓ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਦੂਰ ਚੱਲ ਜੂਗਾ ਨਾ ਤੇ ਸਾਡੇ ਲਈ ਕੋਈ ਖਤਰਾ ਨਹੀਂ ਹੈਗਾ, ਔਰ ਸਾਡੇ ਕੰਟਰੋਲ 'ਚ ਨਹੀਂ ਹੈਗਾ। ਹਾਂਜੀ ਗੋਰਖੀ ਸਾਹਿਬ, ਇਹ ਜਿਹੜੀ ਚੀਜ਼, ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਨੇ, ਇਹ ਹਰੇਕ ਧਰਮ ਦੇ ਵਿੱਚ ਹੈਗੀ ਆ, ਹਰੇਕ ਧਰਮ ਦੇ ਵਿੱਚ ਹੈਗੀ। ਜਿਹੜਾ ਵੀ ਸੱਚ ਦੀ ਆਵਾਜ਼ ਚੱਕਦਾ ਹੈ, ਭਾਵੇਂ ਮੁਸਲਮਾਨ ਹੋਏ, ਹਿੰਦੂ ਹੋਏ, ਸਿੱਖ ਹੋਏ, ਜਿਹੜਾ ਵੀ ਹੋਏਗਾ, ਉਹਨੂੰ ਜਿਹੜਾ ਚੰਗਾ ਨਹੀਂ ਸਮਝਦੇ। ਹਾਂ, ਕਿਉਂਕਿ ਉਹ ਕਾਫੀ ਖਤਰਨਾਕ ਬੰਦਾ ਹੈ, ਕਿਉਂਕਿ ਉਹਨੇ ਸੱਚ ਨੂੰ ਵੇਖ ਲਿਆ। ਉਹਨਾਂ ਨੇ ਨਕਲੀ ਗਿਆਨ ਜਿਹੜਾ ਹੈਗਾ, ਉਹ ਜਿਹੜੇ ਨਕਲੀ ਡਾਕਟਰ ਦੁਕਾਨਾਂ ਖੋਲ ਕੇ ਬੈਠੇ, ਉਹ ਕਹਿੰਦਾ ਇਹ ਨਕਲੀ ਨੇ, ਇਹਨਾਂ ਕੋਲ ਕੁਝ ਨਹੀਂ ਹੈਗਾ, ਕਿਉਂਕਿ ਉਹਨੇ ਵੇਖ ਲਿਆ ਅਸਲੀ ਕੌਣ ਆ। ਠੀਕ ਹੈ, ਬਿਲਕੁਲ। ਇਸ ਕਰਕੇ ਨਕਲੀਆਂ ਨੂੰ ਉਹ ਰਿਜੈਕਟ ਕਰ ਦਿੰਦਾ ਹੈ, ਕਹਿੰਦਾ ਕਰਮਕਾਂਡੀ ਹੈਗੇ ਨਕਲੀ। ਠੀਕ ਹੈ ਜੀ। ਸਭ ਤੋਂ ਪਹਿਲਾਂ ਕਹਿੰਦੇ ਨੇ ਹਰ ਸੱਚ ਸਤ ਨਿਰੰਜਨ ਅਮਰ ਹੈ, ਨਿਰਭਉ ਨਿਰਵੈਰ ਹੈ, ਨਿਰੰਕਾਰ ਹੈ। ਦੇਖੋ, ਨਿਰੰਜਨ ਹੈ, ਕਾਲਖ ਤੋਂ ਰਹਿਤ ਪ੍ਰਮਾਤਮਾ ਹੈ, ਉਹਨੂੰ ਕਿਸੇ ਦਾ ਭੈ ਨਹੀਂ ਆ, ਉਹ ਨਿਰਵੈਰ ਆ, ਉਹਨੂੰ ਕਿਸੇ ਨਾਲ ਵੈਰ ਨਹੀਂ ਆ। ਪਤਾ, ਪ੍ਰਮਾਤਮਾ ਕਿਸੇ ਨਾਲ ਵੈਰ ਕਰੇ ਇੱਥੇ ਧਰਤੀ ਤੇ ਕੋਈ ਰਹਿ ਸਕਦਾ? ਕਿੱਦਾਂ ਰਹੂਗਾ? ਬਿਲਕੁਲ। ਇੱਕ ਔਰਤ ਘਰ 'ਚ ਹੋਵੇ ਨਾ, ਤੁਹਾਡੇ ਨਾਲ ਈਰਖਾ ਕਰਦੀ ਹੋਵੇ, ਉਹ ਘਰ 'ਚ ਰਹਿਣਾ ਬੜਾ ਔਖਾ, ਕਿਉਂਕਿ ਇੱਕ ਦੂਜੇ ਨੂੰ ਈਰਖਾ ਕਰਦੇ ਪਏ। ਪਰ ਜੇ ਪ੍ਰਮਾਤਮਾ ਤੁਹਾਡੇ ਤੋਂ ਈਰਖਾ ਕਰੇਗਾ ਤਾਂ ਫਿਰ ਤੁਸੀਂ ਕਿੱਥੋਂ ਜਿੰਦਾ ਰਹਿ ਸਕਦੇ? ਔਰ ਦੂਸਰੀ ਚੀਜ਼ ਹੈ ਬਈ, ਪ੍ਰਮਾਤਮਾ ਆਪਣੇ ਆਪ ਨੂੰ ਕਿਵੇਂ ਜਿਹੜਾ ਹੈਗਾ ਨਿੰਦਾ ਕਰੂਗਾ? ਉਹਨੇ ਆਪ ਸਾਡੇ ਵਿੱਚ ਉਹੀ ਤਾਂ ਹੈਗਾ ਮਾਲਕ ਪ੍ਰਮਾਤਮਾ। ਹਾਂ, ਪਰ ਉਸ ਕਰਕੇ ਉਹ ਪ੍ਰਮਾਤਮਾ ਜਿਹੜਾ ਹੈ ਉਹ ਨਿਰਵੈਰ ਹੈ। ਠੀਕ ਹੈ ਜੀ। ਫਿਰ ਨਿਰੰਕਾਰ ਹੈ, ਨਿਰੰਕਾਰ, ਉਹ ਆਕਾਰ ਤੋਂ ਰਹਿਤ ਹੈ। ਕਿਉਂ ਆਕਾਰ ਤੋਂ ਰਹਿਤ ਆ? ਇਹ ਥੋੜੀ ਟੈਕਨੀਕਲ ਗੱਲ ਆ, ਇਹ ਤੁਸੀਂ ਸਾਧਕ ਜੋ ਇਸ ਗੱਲ ਨੂੰ ਸਮਝਦੇ ਜੋ। ਦੇਖੋ, ਇੱਕ ਚੀਜ਼ ਤੁਹਾਨੂੰ ਸਮਝਾਵਾਂ, ਤੁਹਾਡਾ ਮਨ ਮਾਲਕ ਨਹੀਂ ਹੈਗਾ। ਇਸ ਜਸਟ ਪਾਰਟ ਆਫ ਤੁਹਾਡੇ ਸੂਖਮ ਸਰੀਰ ਦਾ ਇੱਕ ਹਿੱਸਾ ਹੈ। ਜਿੱਦਾਂ ਕਿ ਤੁਹਾਡੀ ਬੁੱਧੀ ਹੈ ਨਾ, ਬੁੱਧੀ ਪ੍ਰੋਸੈਸ ਕਰਦੀ ਹੈ। ਬਿਲਕੁਲ ਸਹੀ ਗੱਲ ਹੈ। ਮਨ ਤੁਸੀਂ ਮਨ ਨਹੀਂ ਜੇ ਹੈਗੇ। ਕਿਤੇ ਇਹ ਨਾ ਕਹੋ ਕਿ ਮਨ ਤੁਸੀਂ ਦੇਖੋ, ਕਈ ਵਾਰੀ ਆਪਾਂ ਬਿਮਾਰ ਹੁੰਦੇ ਆ ਤੇ ਆਪਾਂ ਕਹਿੰਦੇ ਨੇ, ਨਿੱਜਰ ਸਾਹਿਬ ਕਹਿੰਦੇ ਚਰਨਜੀਤ ਚਾਹ ਪੀ ਲਾ। ਮੈਂ ਕਹਿੰਦਾ ਨਹੀਂ ਨਿੱਜਰ ਸਾਹਿਬ, ਮੇਰਾ ਮਨ ਨਹੀਂ ਕਰਦਾ। ਆਪਾਂ ਇਹ ਨਹੀਂ ਕਹਿੰਦੇ ਕਿ ਮੈਂ ਨਹੀਂ ਪੀਣਾ ਚਾਹੁੰਦਾ। ਤੁਸੀਂ ਕਹਿੰਦੇ ਮੇਰਾ ਮਨ ਨਹੀਂ ਕਰਦਾ ਚਾਹ ਪੀਣ ਨੂੰ, ਮੇਰਾ ਮਨ ਨਹੀਂ ਕਰਦਾ ਗਾਉਣ ਨੂੰ। ਇਹਦਾ ਮਤਲਬ ਮਨ ਮੇਰੇ ਹਿੱਸਾ ਹੈ, ਮੈਂ ਮਨ ਨਹੀਂ ਆ। ਬਿਲਕੁਲ। ਮਤਲਬ ਕਰਨ ਵਾਸਤੇ ਜਾਂ ਨਾ ਕਰਨ ਵਾਸਤੇ ਉਹਦੀ ਹਾਮੀ ਜ਼ਰੂਰੀ ਹੈ। ਹੁਣ ਇੰਦਰੀਆਂ ਦੇ ਵਿੱਚ ਕੀ ਹੋ ਗਿਆ? ਸਵਾਦ ਨਹੀਂ ਹੈਗਾ, ਇਸ ਕਰਕੇ ਮਨ ਵੀ ਸਾਈਡ ਤੇ ਹੋ ਕੇ ਬੈਠਾ ਹੈ, ਕਿਉਂਕਿ ਇੰਟਰਸਟ ਨਹੀਂ ਉਹਨੂੰ। ਕਿਉਂਕਿ ਜਦੋਂ ਬੰਦੇ ਨੂੰ ਬੁਖਾਰ ਹੋ ਜਾਂਦਾ ਨਾ ਤੇ ਜ਼ੁਬਾਨ ਦਾ ਰਸ ਖਤਮ ਹੋ ਜਾਂਦਾ, ਉਹਨੂੰ ਚੀਜ਼ ਚੰਗੀ ਨਹੀਂ ਲੱਗਦੀ। ਇਸ ਕਰਕੇ ਆਪਾਂ ਕਹਿੰਦੇ ਹਾਂ ਕਿ ਮੇਰਾ ਮਨ ਨਹੀਂ ਕਰਦਾ। ਸੋ ਇਹ ਅੱਜ ਇੱਕ ਚੀਜ਼ ਨੂੰ ਥੋੜਾ ਕਲੀਅਰ ਕਰੀਏ ਕਿ ਮਨ ਸਾਡਾ ਇੱਕ ਹਿੱਸਾ ਹੈ। ਠੀਕ ਹੈ, ਮਨ ਸਾਰਾ ਕੁਛ ਨਹੀਂ ਹੈ, ਉਹਦੇ ਅੰਦਰ ਬੁੱਧੀ ਹੈ ਔਰ ਉਹਦੇ ਅੰਦਰ ਬੜਾ ਕੁਛ ਹੈ। ਸੂਖਮ ਜਿੱਦਾਂ ਹੈ ਨਾ, ਤੁਹਾਡੀ ਅੰਦਰ ਬੁੱਧੀ ਹੈ, ਉਹ ਸਾਡੇ ਤੁਹਾਡੇ ਇੱਕ ਅੰਦਰੋਂ ਸੂਖਮ, ਮਤਲਬ ਬੁੱਧੀ ਵੀ ਕਹਿ ਲਓ ਕਿ ਬੁੱਧੀ ਵੀ ਤੁਹਾਡੀ ਇੱਕ ਜੜ ਹੈ। ਬਿਲਕੁਲ ਜੜ ਹੈ, ਬਿਲਕੁਲ। ਔਰ ਸਰੀਰ ਵੀ ਜਿਹੜਾ ਹੈਗਾ, ਉਹ ਵੀ ਆਪਾਂ ਸਰੀਰ ਵੀ ਨਹੀਂ ਹੈਗੇ। ਹਾਂ, ਹੁਣ ਮੈਂ ਸਰੀਰ ਨਹੀਂ ਹੈਗਾ, ਮੈਂ ਬੁੱਧੀ ਵੀ ਨਹੀਂ ਹੈਗਾ, ਮੈਂ ਮਨ ਵੀ ਨਹੀਂ ਹੈਗਾ, ਫਿਰ ਮੈਂ ਕੌਣ ਹੈ? ਬਸ ਇਹੀ, ਮੈਂ ਆਤਮਾ ਹੀ ਹਾਂ। ਹਾਂ, ਪਰਮਾਤਮਾ ਹੀ ਹੈਗੇ ਆ, ਉਹੀ ਹੈਗੇ ਆ ਆਪਾਂ, ਬਸ ਆਹੀ ਗੱਲ ਹੈ। ਹਾਂ, ਕਿਉਂਕਿ ਤੁਸੀਂ ਪਿੱਛੇ ਤੁਰੇ ਗਏ ਤੇ ਆਖਰ ਤੇ ਉਹੀ ਰਹਿ ਜਾਣਾ ਵਾ। ਉਹ ਕਹਿੰਦੇ ਨਾ, ਗਾਂ ਧਰਤੀ ਕਿਤੇ ਖਲੋਤੀ, ਕਹਿੰਦੇ ਗਾਂ ਤੇ, ਕਹਿੰਦਾ ਗਾਂ ਕਿਤੇ ਖਲੋਤੀ ਦੂਜੀ ਧਰਤੀ ਤੇ, ਕਹਿੰਦਾ ਆਖਰੀ ਗਾਂ ਦੇ ਥੱਲੇ ਕੀ ਆ? ਉਹ ਚੀਜ਼ ਆ ਬਸ। ਉੱਥੇ ਕੁਛ ਨਹੀਂ ਹੈਗਾ, ਉੱਥੇ ਪਰਮਾਤਮਾ ਹੈ। ਹੁਣ ਦੇਖੋ, ਪਤਾ ਕੀ ਹੈ, ਗ੍ਰੰਥਾਂ ਦੇ ਵਿੱਚ ਨਾ, ਮੈਂ ਕਾਫੀ ਗ੍ਰੰਥ ਪੜ੍ਹੇ ਆ, ਤੁਹਾਨੂੰ ਮੈਂ ਦੱਸਦਾ, ਕਿਉਂਕਿ ਸਾਰੇ ਗ੍ਰੰਥ ਪੜ੍ਹਨੇ ਪੈਣੇ ਆ, ਏਦਾਂ ਨਹੀਂ ਗੱਲ ਬਣਦੀ। ਜਦੋਂ ਆਪ ਆਤਮ ਗਿਆਨੀ ਬਣਨ ਦੀ ਕੋਸ਼ਿਸ਼ ਕਰਦੇ ਜੋ, ਤੇ ਫਿਰ ਤੁਹਾਨੂੰ ਸਾਰੀ ਜਗ੍ਹਾ ਤੇ ਵੇਖਣਾ ਪੈਂਦਾ ਹੈ। ਬੰਦਾ ਵੇਖਦਾ ਹੀ ਹੈ, ਕੋਈ ਵੀ ਫੈਕਟਰੀ ਖੋਲਦਾ, ਨੈਚੁਰਲੀ ਦੂਜੀਆਂ ਫੈਕਟਰੀਆਂ 'ਚ ਕੀ ਬਣਦਾ, ਪ੍ਰੋਡਕਟ ਕੀ ਬਣਦੇ ਆ, ਉਹਨੂੰ ਵੇਖਣੇ ਪੈਣੇ ਆ, ਕਿਉਂਕਿ ਮਾਰਕੀਟ 'ਚ ਉਹਨੇ ਕੰਪੀਟੀਸ਼ਨ ਕਰਨਾ ਹੈ। ਬਿਲਕੁਲ। ਇਸੇ ਤਰ੍ਹਾਂ ਜਦੋਂ ਤੁਸੀਂ ਅਧਿਆਤਮਿਕ ਯਾਤਰਾ ਕਰਦੇ ਜੋ, ਤਾਂ ਤੁਸੀਂ ਸੱਜੇ ਬੰਨੇ ਖੱਬੇ ਬੰਨੇ ਵੇਖਦੇ ਜੋ, ਕੌਣ ਕੀ ਪੜ੍ਹਾ ਰਿਹਾ ਹੈ, ਕਿੱਥੇ ਕੀ ਸਿਖਾਇਆ ਜਾ ਰਿਹਾ, ਪਹਿਲਾਂ ਕੀ ਕਿਹਾ ਸੀ। ਅੱਜ ਤੋਂ ਕੁਝ ਹਜ਼ਾਰ ਸਾਲ ਪਹਿਲਾਂ ਇੱਕ ਸੰਤ ਹੋਏ ਨੇ, ਪਤੰਜਲੀ। ਉਹਨਾਂ ਨੇ ਉਹਨਾਂ ਨੇ ਛੋਟਾ ਜਿਹਾ ਗ੍ਰੰਥ ਲਿਖਿਆ, ਛੋਟਾ ਜਿਹਾ ਗ੍ਰੰਥ ਹੈ, ਨਿੱਕਾ ਜਿਹਾ, ਉਹਦਾ ਨਾਮ ਹੈਗਾ ਪਤੰਜਲੀ। ਉਹ ਕਹਿੰਦੇ ਚਿੱਤ ਵ੍ਰਿਤੀ ਨਿਰੋਧਾ, ਆਪਣੇ ਚਿੱਤ ਦੀਆਂ ਵ੍ਰਿਤੀਆਂ, ਜਿਹਨੂੰ ਆਪਾਂ ਵਿਚਾਰ ਕਹਿੰਦੇ ਨਾ, ਉਹ ਵੀ ਉਹੀ ਗੱਲ ਬੋਲਦੇ ਆ। ਚਿੱਤ ਦੀਆਂ ਵ੍ਰਿਤੀਆਂ ਮਤਲਬ ਚਿੱਤ ਦੇ ਵਿੱਚ ਪੈਦਾ ਹੋਣ ਵਾਲੀਆਂ ਤਰੰਗਾਂ, ਵਿਚਾਰ।
ਨਿਰੋਧ ਦਾ ਮਤਲਬ ਹੁੰਦਾ ਹੈ ਰੋਕਣਾ, ਨਿਰੋਧ ਕਰ ਦੋ, ਉਹਨੂੰ ਬੰਦ ਕਰ ਦੋ। ਰੋਕਣਾ। ਹਾਂ, ਤੇ ਫਿਰ ਕੀ ਹੋਊਗਾ? ਉਹ ਕਹਿੰਦੇ ਫਿਰ ਤੈਨੂੰ ਪੁੱਛਣ ਦੀ ਲੋੜ ਨਹੀਂ, ਤੈਨੂੰ ਖੁਦ ਹੀ ਪਤਾ ਲੱਗ ਜਾਊਗਾ ਕੀ ਹੋਊਗਾ। ਠੀਕ ਹੈ। ਹੁਣ ਕਹੀਏ ਚਿੱਤ ਵਰਿੱਤੀ ਦਾ ਮਤਲਬ ਕੀ ਹੈ? ਹੁਣ ਦੇਖੋ ਘੋੜਾ ਹੈ, ਤੁਸੀਂ ਘੋੜਾ ਜੰਗਲੀ ਘੋੜਾ ਲੈ ਆਓ, ਉਹ ਕਿਸੇ ਕੰਮ ਦਾ ਨਹੀਂ ਹੈਗਾ। ਤੁਸੀਂ ਕਹਿਣਾ ਸੱਜੇ ਬੰਨੇ ਜਾਣਾ, ਉਹਨੇ ਕਹਿਣਾ ਮੈਂ ਖੱਬੇ ਬੰਨੇ ਜਾਣਾ। ਤੁਸੀਂ ਕਹਿਣਾ ਅੱਗੇ ਜਾਣਾ, ਉਹਨੇ ਕਹਿਣਾ ਮੈਂ ਪਿੱਛੇ ਜਾਣਾ। ਤੁਸੀਂ ਕਹਿਣਾ ਉੱਠ, ਉਹਨੇ ਬਹਿ ਜਾਣਾ। ਮਤਲਬ ਅਨਟ੍ਰੇਨ। ਉਹ ਜਿਹੜੀ ਚੀਜ਼ ਅਨਟ੍ਰੇਨ ਆ, ਵੇਖੋ ਤੁਸੀਂ ਜੇਕਰ ਆਪਣੀ ਕੰਪਨੀ ਦੇ ਰੂਲ ਰੈਗੂਲੇਸ਼ਨ ਨਹੀਂ ਨਾ ਫੋਲੋ ਕਰਦੇ ਤੇ ਤੁਹਾਨੂੰ ਕੰਪਨੀ ਨੇ ਕੱਢ ਦੇਣਾ ਬਾਹਰ। ਉਹਨਾਂ ਕਹਿਣਾ ਯੂ ਆਰ ਨਾਟ ਗੁੱਡ ਫॉर ਆਵਰ ਕੰਪਨੀ, ਯੂ ਡੋਂਟ ਫੋਲੋ ਦਾ ਇੰਸਟਰਕਸ਼ਨ। ਗੁਰੂ ਨਾਨਕ ਪਾਤਸ਼ਾਹ ਨੇ ਵੀ ਇਹੋ ਗੱਲ ਕਹੀ ਹੈ ਕਿ ਜਿਹੜੇ ਮਨ ਨੇ ਨਮਾਜ਼ ਪੜ੍ਹਨੀ ਸੀ ਉਹ ਤੇ ਹੈਗਾ ਹੀ ਨਹੀਂ ਉੱਥੇ। ਤੂੰ ਤੇ ਤਨ ਨੂੰ ਪਾ ਕੇ ਬੈਠਾ, ਔਰ ਤਨ ਤੇ ਭਾਵੇਂ ਜਿੱਥੇ ਮਰਜ਼ੀ ਲੈ ਜਾ। ਜੇ ਮਨ ਉੱਥੇ ਨਹੀਂ ਹੈਗਾ, ਤੇਰੇ ਮਨ ਨੇ ਤੇ ਸਿੱਖਣਾ ਨਹੀਂ ਆ, ਕਿਉਂਕਿ ਤੇਰੇ ਮਨ ਦੀ ਹੀ ਕਲਾਸ ਆ। ਤੇਰੀ ਟ੍ਰੇਨਿੰਗ ਜਿਹੜੀ ਆ ਤੇਰੇ ਮਨ ਦੀ ਟ੍ਰੇਨਿੰਗ ਹੈ ਨਿੱਜਰ ਸਾਹਿਬ। ਬਿਲਕੁਲ। ਉਹ ਕਹਿੰਦੇ ਜਬ ਨਹੀਂ ਮਨ ਮਾਨਾ ਤੇ ਹੱਥੋਂ ਹਰ ਜਾਣਾ। ਮਨ ਮਾਨਿਆ ਤੋਂ ਹਰ ਜਾਣਿਆ, ਮਨ ਮਾਨੇ ਲੋਗ ਨਾ ਪਤੀਜੇ, ਨਾ ਪਤੀਜੇ ਤੋਂ ਕਿਆ ਕੀਜੇ। ਕਹਿੰਦੇ ਨਹੀਂ ਮੰਨਦੇ ਤੇ ਨਾ ਮੰਨੋ ਭਾਈ, ਮੈਂ ਕੀ ਕਰ ਸਕਦਾ। ਹਾਂ, ਮਨ ਜਦੋਂ ਮੰਨ ਗਿਆ ਤੇ ਫਿਰ ਲੋਕਾਂ ਨੂੰ ਸਾਨੂੰ ਕੋਈ ਸਟੇਟਮੈਂਟ ਦੇਣ ਦੀ ਲੋੜ ਨਹੀਂ। ਉਹ ਤੁਹਾਡੀ ਆਪਣੀ ਹੀ ਇੱਕ ਪਰਸਨਲ, ਉਹ ਤੁਹਾਡੀ ਇੱਕ ਜ਼ਿੰਦਗੀ ਹੈ। ਬਾਣੀ ਕਹਿੰਦੀ ਮਨ ਮੈਲੇ ਤੇ ਸਭ ਕੁਛ ਮੈਲਾ, ਕਿਉਂਕਿ ਉਹਦੇ ਵਿੱਚ ਜਿਹੜੀ ਵੀ ਚੀਜ਼ ਪਾਏਗਾ ਉਹਨੇ ਪ੍ਰੋਸੈਸ ਹੀ ਗਲਤ ਕਰ ਦੇਣੀ ਹੈ। ਹੁਣ ਕਹਿਣ ਤੋਂ ਭਾਵ ਆ, ਹੁਣ ਕਿਉਂ ਮਨ ਮੈਲਾ ਤੇ ਸਭ ਕੁਛ ਮੈਲਾ? ਮਨ ਦੇ ਅੰਦਰ ਕਾਮ ਹੈ, ਕ੍ਰੋਧ ਆ, ਲੋਭ ਆ, ਮੋਹ ਆ, ਹੰਕਾਰ ਆ, ਤੇ ਤੁਸੀਂ ਇਹ ਜੋ ਮਰਜ਼ੀ ਪਾਓ, ਰੰਗ ਇਹਨਾਂ ਪੰਜਾਂ ਦਾ ਹੀ ਚੜਨਾ ਵਾ। ਬਿਲਕੁਲ ਸਹੀ ਗੱਲ ਹੈ। ਤੇ ਜੇ ਮਨ ਤੁਹਾਡਾ ਸ਼ੁੱਧ ਹੋ ਗਿਆ, ਨਿਰਮਲ ਹੋ ਗਿਆ, ਜਿੱਦਾਂ ਕਬੀਰ ਸਾਹਿਬ ਕਹਿੰਦੇ ਆ, ਤੇ ਨਿੱਜਰ ਸਾਹਿਬ ਫਿਰ ਪਤਾ ਕੀ ਮਨ ਇੱਕ ਸਿਆਣੇ ਕੁੱਕ ਬਣ ਜਾਣਾ ਹੈ। ਇਹਨੇ ਕਰਨਾ ਹੈ, ਤੁਸੀਂ ਸਬਜ਼ੀ ਲਿਆਉਂਦੇ ਜੋ ਨਾ, ਥੋੜੀ ਖਰਾਬ ਹੋਵੇ, ਕੈਂਚੀ ਨਾਲ ਕੱਟ ਕੇ ਚੱਲ ਸਾਈਡ ਤੇ, ਜੋ ਚੰਗੀ ਚੀਜ਼ ਕੱਢ ਲੇਗਾ ਉਹ ਤਾਂ ਹੀ ਸਬਜ਼ੀ ਬਣਾ ਦੇਗਾ। ਤੇ ਜਦੋਂ ਮਾੜਾ ਮਨ ਆ, ਜਿਹੜਾ ਮਨ ਜਿੱਦਾਂ ਘੋੜਾ ਜੰਗਲੀ ਕਿ ਕੰਟਰੋਲ 'ਚ ਹੀ ਨਹੀਂ ਹੈਗਾ, ਹੁਣ ਉਹ ਜਿਹੜਾ ਕੰਟਰੋਲ 'ਚ ਨਹੀਂ ਆ, ਉਹਦੇ ਕੋਲ ਕੰਮ ਕਰਾਉਣਾ ਕਿੰਨਾ ਔਖਾ ਹੈ। ਭਾਵੇਂ ਚੰਗੀ ਚੀਜ਼ ਵੀ ਦਓਗੇ, ਉਹਨੇ ਉਲਟੀ ਕਰਨੀ ਹੈ। ਹੁਣ ਮਨ ਨੂੰ ਸਮਝਾਉਣ ਦਾ ਇੱਕ ਤਰੀਕਾ ਹੈ। ਦੇਖੋ, ਮਨ ਨੂੰ ਸਮਝਾਉਣ ਦੇ ਲਈ ਨਾ ਬੜਾ ਵੱਡਾ ਚਿੰਤਨ ਹੋ ਚੁੱਕਿਆ ਆਪਣੀ ਧਰਤੀ ਤੇ, ਇੰਡੀਆ ਦੀ ਧਰਤੀ ਤੇ। ਬੜੇ ਤਕੜੇ ਬੰਦੇ ਜਿਹੜੇ ਨਾ ਗਿਆਨੀ ਪੈਦਾ ਹੋਏ। ਵੈਸਟ 'ਚ ਕੁਛ ਨਹੀਂ ਹੈਗਾ, ਉਹਨਾਂ ਵਿਚਾਰਿਆਂ ਨੂੰ ਕੁਛ ਨਹੀਂ ਪਤਾ ਜੇ, ਬੱਚੇ ਨੇ ਇਹ ਸਿੱਖ ਰਹੇ ਨੇ, ਪਰ ਆਪਣੀ ਧਰਤੀ ਦੇ ਉੱਤੇ ਬਹੁਤ ਜ਼ਿਆਦਾ ਜ਼ੋਰ ਲੱਗਿਆ। ਇਹ ਧਰਤੀ, ਮੈਂ ਹੈਰਾਨ ਹੁੰਦਾ ਵਾਂ ਕਿ ਇੰਡੀਆ ਦੇ ਵਿੱਚ ਇੰਨਾ ਜ਼ਿਆਦਾ ਪਾਵਰਫੁਲ ਗਿਆਨ, ਅੱਜ ਵੀ ਗਿਆਨ ਹੈ ਇਹਨਾਂ ਦਾ। ਪੜ੍ਹ ਕੇ ਵੇਖੋ, ਬੜਾ ਉੱਚਾ ਗਿਆਨ ਹੈ ਨਿੱਜਰ ਸਾਹਿਬ। ਬਿਲਕੁਲ ਸਹੀ ਹੈ। ਹਾਂ, ਉਹ ਵੱਖਰੀ ਗੱਲ, ਟਾਈਮ ਟੂ ਟਾਈਮ ਲੋਕ ਵਿੱਚ ਗਲਤ ਚੀਜ਼ ਮਿਕਸ ਕਰ ਦਿੰਦੇ ਆ, ਨਕਲੀ ਪਾ ਦਿੰਦੇ ਆ, ਬਟ ਗਿਆਨ ਬਹੁਤ ਛੋਟੀ ਕੋਟੀ ਦਾ ਹੋਇਆ ਸੀ। ਇੱਥੇ ਬੜੇ ਸੰਤ ਪੈਦਾ ਹੋਏ ਧਰਤੀ ਤੇ। ਠੀਕ ਹੈ ਜੀ। ਹੁਣ ਜਿਹੜਾ ਮਨ ਆ, ਮਨ ਨੂੰ ਕੰਟਰੋਲ ਕਰਨ ਦਾ ਇੱਕ ਤਰੀਕਾ ਹੈਗਾ। ਇੱਕ ਤੇ ਹੈਗੀ ਭਗਤੀ, ਇੱਕ ਆਪਣੇ ਧਿਆਨ ਨੂੰ ਇਕਾਗਰ ਕਰਨਾ। ਦੇਖੋ, ਆਪਣਾ ਗਰੁੱਪ ਦਾ ਨਾਮ ਵੀ ਹੈਗਾ ਧਿਆਨ ਤੇ ਸਿਮਰਨ, ਭਗਤੀ ਤੇ ਧਿਆਨ। ਧਿਆਨ ਦਾ ਮਤਲਬ ਆਪਣੇ ਮਨ ਨੂੰ ਸ਼ੁੱਧ ਕਰਨਾ। ਹੁਣ ਦੇਖੋ, ਜਿੱਥੇ ਤੁਹਾਡਾ ਧਿਆਨ ਨਹੀਂ ਹੈ ਨਾ, ਤੁਸੀਂ ਰੋਟੀ ਵੀ ਨਹੀਂ ਤੁਹਾਡੀ ਸਹੀ ਬਣੇਗੀ, ਤੁਸੀਂ ਗੱਡੀ ਸਹੀ ਨਹੀਂ ਚਲਾ ਸਕਦੇ, ਤੁਸੀਂ ਚੰਗੀ ਤਰ੍ਹਾਂ ਖਾਣਾ ਨਹੀਂ ਖਾ ਸਕਦੇ, ਤੁਸੀਂ ਚੰਗੀ ਤਰ੍ਹਾਂ ਤਿਆਰ ਨਹੀਂ ਹੋ ਸਕਦੇ, ਤੁਸੀਂ ਚੰਗੀ ਤਰ੍ਹਾਂ ਕੱਪੜੇ ਨਹੀਂ ਧੋ ਸਕਦੇ, ਤੁਸੀਂ ਚੰਗੀ ਤਰ੍ਹਾਂ ਸਫਾਈ ਨਹੀਂ ਕਰ ਸਕਦੇ, ਤੁਸੀਂ ਕੁਝ ਵੀ ਨਹੀਂ ਕਰ ਸਕਦੇ ਨਿੱਜਰ ਸਾਹਿਬ, ਜਿੱਥੇ ਤੁਹਾਡਾ ਧਿਆਨ ਇਕਾਗਰ ਨਹੀਂ ਹੈ। ਬਿਲਕੁਲ। ਹਾਂ, ਜਿੱਥੇ ਤੁਹਾਡਾ ਮਨ ਨਹੀਂ ਹੈਗਾ, ਜਿੱਥੇ ਉਸ ਜਗ੍ਹਾ ਤੇ ਆਊਟਪੁੱਟ ਨਹੀਂ ਆਉਣੀ ਸਹੀ। ਹਾਂ, ਕਿਉਂਕਿ ਤੁਹਾਡੀ ਸੁਰਤੀ ਨਹੀਂ ਇਕਾਗਰ, ਤੁਹਾਡੀ ਸੁਰਤੀ ਭਟਕਣਾ 'ਚ ਭਟਕ ਰਹੀ ਹੈ। ਹੁਣ ਤੁਸੀਂ ਪਾਠ ਤੇ ਪੜ੍ਹ ਰਹੇ ਜੋ, ਇਹ ਵਿਚਾਰੇ ਜਿਹੜੇ ਬਿਮਾਰ ਹੈਗੇ ਨੇ ਇੱਥੇ ਪੰਜਾਬ 'ਚ, ਮੈਂ ਹੈਰਾਨ ਹੁੰਦਾ। ਉਹ ਕਹਿੰਦੇ ਵੀ ਸੁਖਨੀ ਸਾਹਿਬ ਦੇ ਪਾਠ ਪੜ੍ਹ ਲਓ 5-7, ਐਲੇ ਜੀ ਜਪਜੀ ਸਾਹਿਬ ਦੇ ਆ, ਇੱਥੇ ਨਿਤਨੇਮ ਕਰੋ ਤੇ ਗੱਲ ਖਤਮ। ਓਏ ਮੂਰਖੋ, ਉਹ ਕਮ ਸੇ ਕਮ ਦੱਸੋ ਯਾਰ, ਤੁਹਾਡਾ ਧਿਆਨ ਇਕਾਗਰ ਹੋਣਾ ਬੜਾ ਜ਼ਰੂਰੀ ਹੈ। ਧਿਆਨ ਤਾਂ ਨਹੀਂ, ਉਹ ਤਾਂ ਕਹਿੰਦੇ ਵੀ ਮਨ ਨੂੰ ਨਹੀਂ ਅਸੀਂ ਵਿੱਚ ਲਾਉਣਾ ਭਾਈ। ਮਨ ਲੱਗ ਗਿਆ ਤੇ ਫਿਰ ਤਾਂ ਅਸੀਂ ਤਾਂ ਫਿਰ ਤਾਂ ਸਾਡੀ ਸਾਰੀ ਕਾਰਵਾਈ ਰੁਕ ਜਾਣੀ ਹੈ। ਮਨ ਕਿਵੇਂ ਲਾ ਦਾਂਗੇ? ਹਾਂ, ਮਨ ਦੇ ਬਾਰੇ ਕੋਈ ਗੱਲ ਕਰਨ ਨੂੰ ਤਿਆਰ ਹੀ ਨਹੀਂ। ਗੁਰੂ ਨਾਨਕ ਪਾਤਸ਼ਾਹ ਨੇ ਉਦੋਂ ਹੀ ਗੱਲ ਕਹਿਤੀ ਸੀ। ਇਹ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਯੂਜ਼ ਕਰ ਰਹੇ ਨੇ, ਗੱਲ ਮਨ ਦੀ ਕਰਦੇ ਹੀ ਨਹੀਂ। ਉਹ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨਮਾਜ਼ ਤੇ ਠੀਕ ਹੈ, ਤੇਰਾ ਸਰੀਰ ਬੈਠਾ, ਮੈਂ ਮੰਨਦਾ ਹਾਂ, ਤੂੰ ਆਇਆ ਵੀ ਨਮਾਜ਼ ਪੜ੍ਹਨ ਆ, ਪਰ ਜਿੰਨੇ ਪੜ੍ਹਨੀ ਉਹ ਤੇ ਹੈਗਾ ਹੀ ਨਹੀਂ ਹੈ। ਬਿਲਕੁਲ। ਹਾਂ, ਤੇ ਇਹ ਗੱਲ ਨੂੰ ਉਹ ਪਤਾ ਕੀ ਕਹਿੰਦੇ ਆ, ਉਹ ਜੀ ਮੁਸਲਮਾਨ ਨੂੰ ਕਿਹਾ ਸੀ
ਸਾਡੀ ਤੇ ਗੱਲ ਹੀ ਨਹੀਂ ਹੋਈ। ਆਹ ਬਾਣੀ 'ਚ ਫੇਰ ਧੋਖਾ ਹੀ ਜੇ। ਇਸੇ ਕਰਕੇ ਮੈਂ ਇਹ ਟੌਪਿਕ ਨੂੰ ਥੋੜਾ ਜਿਹਾ ਘੁਮਾਤਾ ਵਾ। ਆਹ ਦੇਖੋ, ਜਿਨ ਜਪਿਆ ਇੱਕ ਮਨ ਇੱਕ ਚਿੱਤ, ਤਿੰਨ ਲੱਥਾ ਹਉਮੈ ਭਾਰ। ਨਿਜਾ ਸਾਹਿਬ ਗੁਰੂਆਂ ਆਪਣੇ ਨੇ ਵੀ ਉਹੀ ਪਤੰਜਲੀ ਵਾਲੀ ਗੱਲ ਨੂੰ ਕਲੀਅਰ ਕੀਤਾ ਵਾ ਕਿ ਤੇਰਾ ਮਨ ਹੋਣਾ ਬੜਾ ਜ਼ਰੂਰੀ ਉੱਥੇ। ਭਗਤੀ ਤਾਂ ਮਨ ਦੇ ਦੁਆਰਾ ਹੀ ਹੋਣੀ ਹੈ ਗੋਰਖੀ ਸਾਹਿਬ। ਮਨ ਦੇ ਬਗੈਰ ਤਾਂ ਕੁਝ ਵੀ ਨਹੀਂ ਹੋਣਾ। ਮਨ ਦੇ ਬਗੈਰ ਤਾਂ ਸਾਰਾ ਕੁਝ ਆਪਾਂ ਜਿਹੜੇ ਕਰਮ ਕਾਂਡ ਆ ਸਰੀਰ ਦੇ ਨਾਲ ਕਰ ਰਹੇ ਆ, ਉਹਦੇ ਨਾਲ ਕੀ ਹੋ ਜਾਏਗਾ। ਪਰ ਨਿਜਾ ਸਾਹਿਬ, ਪਰ ਵੇਖੋ ਕਿੰਨੇ ਵੱਡੇ ਲੈਵਲ ਤੇ ਅਗਿਆਨ ਹੈ। ਬਿਲਕੁਲ ਸਹੀ ਗੱਲ ਹੈ, ਵੱਡੇ ਲੈਵਲ ਤੇ ਅਗਿਆਨ ਹੈ। ਇਹ ਗੱਲ ਬਿਲਕੁਲ ਸਹੀ ਹੈ, ਹਰੇਕ ਧਰਮ ਦੇ ਵਿੱਚ ਹੈਗਾ। ਹਾਂ, ਬਹੁਤ ਵੱਡੇ ਲੈਵਲ ਤੇ ਅਗਿਆਨ ਆ। ਫਿਰ ਬਾਣੀ ਤੇ ਕਹਿੰਦੇ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਉਹਨਾਂ ਦੀ ਸੈਟਿੰਗ ਬੜੀ ਔਖੀ ਆ, ਕਿਉਂਕਿ ਉਹ ਜਿਹੜੀ ਭੀੜ ਆ ਉਹ ਕਹਿੰਦੀ ਨਹੀਂ ਅਸੀਂ ਖੱਬੇ ਬੰਨੇ ਜਾਣਾ, ਉਹ ਸੰਤ ਕਹਿੰਦੇ ਨਹੀਂ ਸੱਜੇ ਬੰਨੇ ਜਾਣਾ। ਫਿਰ ਭੀੜ ਕਹਿੰਦੀ ਆ ਤੂੰ ਕੱਲਾ ਅਸੀਂ ਕਰੋੜਾਂ। ਬਿਲਕੁਲ ਸਹੀ ਕਿਹੜਾ? ਪਰ ਉਹ ਬਾਣੀ ਕਹਿੰਦੀ ਆ ਭਾਵੇਂ ਕਰੋੜਾਂ ਹੀ ਆ, ਕਰੋੜਾਂ ਵੀ ਗਲਤ ਹੋ ਸਕਦੇ ਆ, ਇੱਕ ਵੀ ਸਹੀ ਹੋ ਸਕਦਾ। ਠੀਕ ਹੈ ਜੀ। ਆਪ ਪਲੀਜ਼ ਅੰਡਰਸਟੈਂਡ ਕਰੋ ਸਾਧ ਸੰਗਤ ਜੀ, ਜਦੋਂ ਉੱਚ ਕੋਟੀ ਦਾ ਗਿਆਨ ਪ੍ਰਾਪਤ ਕਰਨਾ ਹੈ ਤੇ ਤੁਹਾਡਾ ਵਰਤਣ ਵੀ ਉੱਚ ਕੋਟੀ ਦਾ ਚਾਹੀਦਾ। ਕੁਝ ਚੀਜ਼ਾਂ ਡਿੱਗਦੀਆਂ ਨੇ ਵਿੱਚ, ਇਹਨੂੰ ਗ੍ਰਹਿਣ ਕਰਨਾ ਹੈ, ਇਹਨੂੰ ਕੰਸੀਵ ਕਰੋ। ਦੇਖੋ, ਕੰਸੀਵ ਕਰਨ ਦਾ ਮਤਲਬ ਇਹੋ ਹੀ ਆ ਕਿ ਹੁਣ ਵੱਡੇ ਵੱਡੇ ਰੁੱਖ ਆ, ਵੇਖੋ ਨਿੱਕੇ ਨਿੱਕੇ ਬੀਜ ਹੁੰਦੇ ਆ। ਜੇਕਰ ਤੁਸੀਂ ਬੀਜ ਨੂੰ ਦੇਖੋ ਤੇ ਤੁਸੀਂ ਹੈਰਾਨ ਹੋਵੋਗੇ, ਇਹ ਬੀਜ ਹੋ ਸਕਦਾ ਝਾੜੀ ਪੈਦਾ ਕਰਦੇ, ਛੋਟਾ ਮੋਟਾ ਪੌਦਾ ਪੈਦਾ ਕਰਦੇ, ਪਰ ਪਿੱਪਲ ਤੇ ਬੋੜ ਤੇ ਇੱਥੋਂ ਨਿਕਲ ਨਹੀਂ ਸਕਦਾ। ਇਟ ਇਜ਼ ਨਾਟ ਪੋਸੀਬਲ। ਪਰ ਇਹੋ ਬਾਣੀ ਸਾਨੂੰ ਸਮਝਾਉਂਦੀ ਆ ਕਿ ਤੈਨੂੰ ਆਪਣੇ ਆਪ ਤੇ ਵਿਸ਼ਵਾਸ ਨਹੀਂ ਆਉਣ ਦਿਆ, ਪਰ ਭਲਿਆ ਤੂੰ ਇੱਕ ਪਰਮਾਤਮਾ ਹੀ ਆ, ਛੋਟਾ ਜਿਹਾ ਪਰਮਾਤਮਾ। ਔਰ ਜਿੱਦਣ ਤੈਨੂੰ ਆਪਣੇ ਆਪ ਦਾ ਅਹਿਸਾਸ ਹੋਇਆ ਨਾ, ਤੇ ਫਿਰ ਤੈਨੂੰ ਕਿਸੇ ਕੋਲ ਪੁੱਛਣ ਦੀ ਲੋੜ ਨਹੀਂ, ਤੂੰ ਦੇਖ ਲੇਗਾ। ਹਾਂਜੀ ਨਿਜ ਸਾਹਿਬ, ਅੱਗੇ ਬੋਲੀਏ। ਜਿਨ ਗੁਰਮੁਖ ਹਰ ਆਰਾਧਿਆ ਤਿੰਨ ਸੰਤ ਜਨਾ ਜੈਕਾਰ। ਕਹਿੰਦੇ ਜਿਨ੍ਹਾਂ ਨੇ ਸਹੀ ਗਾਈਡ ਲੈ ਲਏ, ਸਹੀ ਗਾਈਡ ਦੇ ਅਨੁਸਾਰ ਸਹੀ ਡਾਇਰੈਕਸ਼ਨ ਦੇ ਵਿੱਚ ਚੱਲ ਪਏ ਜਿਹੜੇ, ਕਹਿੰਦੇ ਉਹ ਸੰਤ ਜਨ, ਕਹਿੰਦੇ ਮੈਂ ਤਾਂ ਉਹਨਾਂ ਤੋਂ ਜਿਹੜਾ ਜੈ ਜੈਕਾਰ ਆ ਉਹਨਾਂ ਦੀ ਪਾਈ, ਉਹਨਾਂ ਦੀ ਜੈ ਜੈਕਾਰ ਆ। ਹਾਂਜੀ ਵੀਰ ਜੀ। ਕਹਿੰਦੇ ਜਿਨ ਗੁਰਮੁਖ ਹਰ ਆਰਾਧਿਆ ਤਿੰਨ ਸੰਤ ਜਨਾ ਜੈਕਾਰ। ਗੁਰਮੁਖ ਮਤਲਬ ਗੁਰੂ ਕੋਲੋਂ ਗਿਆਨ ਲੈ ਕੇ, ਜਿਨ੍ਹਾਂ ਨੇ ਸਹੀ ਗਾਈਡ ਕੋਲੋਂ ਗਿਆਨ ਲੈ ਕੇ ਪਰਮੇਸ਼ਰ ਨੂੰ ਆਰਾਧਿਆ, ਉਹਨਾਂ ਸੰਤ ਜਨਾਂ ਦੀ ਜੈ ਜੈਕਾਰ ਹੁੰਦੀ ਹੈ ਮਾਲਕ ਦੇ ਦਰ ਤੇ। ਬਿਲਕੁਲ ਸਹੀ ਹੈ ਜੀ। ਜਿਹੜੇ ਪ੍ਰਮਾਤਮਾ ਦੇ ਨਾਲ ਜੀਵ ਨੂੰ ਜੋੜਦੇ ਆ। ਦੇਖੋ, ਨਰ ਤੇ ਨਰੈਣ, ਆਪਾਂ ਸਭ ਨਰ ਆ, ਠੀਕ ਹੈ। ਨਰ ਤੋਂ ਨਰੈਣ ਹੋਣਾ ਆ, ਪਰ ਰੱਬ ਹੋਣਾ ਹੈ। ਹਰ ਦੇ ਵਰਗਾ ਹੋਣਾ ਪਊ ਤੁਹਾਨੂੰ, ਉਸ ਤੋਂ ਥੱਲੇ ਗੱਲ ਨਹੀਂ ਬਣੇਗੀ। ਬਿਲਕੁਲ ਕਲੀਅਰ ਗੱਲ ਹੈ। ਐਵੇਂ ਕਿਤੇ ਮਨ ਚ ਕਿਤੇ ਗਲਤ ਫਹਿਮੀ ਨਾ ਪਾ ਕੇ ਬਹਿ ਜਿਓ। ਉਹ ਗੁਨਾਹ ਮਾਫ ਕਰ ਦਿੰਦਾ ਹੈ, ਪਰ ਤੁਹਾਨੂੰ ਉਸ ਵਰਗਾ ਹੀ ਬਣਨਾ ਪਊਗਾ। ਨਿਜਾ ਸਾਹਿਬ, ਇਹ ਸੱਚ ਹੈ। ਹਾਂ, ਬਿਲਕੁਲ ਉਹਦੇ ਵਰਗਾ ਬਣਨਾ ਹੈਗਾ ਤੇ ਉਹਦੇ ਨਾਲ ਜੁੜਨਾ ਪਊਗਾ ਗੋਰਖੀ ਸਾਹਿਬ। ਆਹ ਨਿਯਮ ਹੈਗਾ, ਆਹ ਰਸਤਾ ਹੈ। ਨਹੀਂ ਨਿਜਾ ਸਾਹਿਬ, ਜਦੋਂ ਤੁਸੀਂ ਜੁੜੋਗੇ, ਪਰ ਕਹਿਣ ਤੋਂ ਭਾਵ ਹੈ ਕਿ ਇਹ ਸੋਚੀਏ ਕਿ ਔਗਣ ਸਾਡੇ ਕੋਲ ਹੈਗੇ ਤੇ ਅਸੀਂ ਹਰ ਨਾਲ ਜੁੜ ਗਏ ਆ, ਉਹ ਫਿਰ ਗੜਬੜ ਆ। ਨਹੀਂ, ਉਹਦੇ ਵਾਸਤੇ ਜਿਹੜਾ ਹੈਗਾ ਭਗਤੀ ਉਹੀ ਤਾਂ ਹੈ। ਇਹ ਔਗਣ ਹੀ ਹਟਾਉਣ ਵਾਸਤੇ ਤਾਂ ਭਗਤੀ ਕਰਨੀ ਆਪਾਂ ਨੇ। ਹਾਂ, ਔਰ ਇਹ ਜਸਟੀਫਾਈ ਜਿਹੜਾ ਤੁਸੀਂ ਖੁਦ ਕਰਨਾ ਕਿ ਮੇਰੇ ਚ ਕੀ ਆ। ਕਮ ਸੇ ਕਮ ਤੁਹਾਡੇ ਘਰ ਕਿਹੜਾ ਕਿਰਾਏਦਾਰ ਰਹਿੰਦਾ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ ਯਾਰ। ਬੰਦੇ ਨੂੰ ਸਾਰੀ ਦੁਨੀਆ ਦਾ ਪਤਾ ਹੈ। ਬੰਦੇ ਨੂੰ ਇਹ ਪਤਾ ਅਮਰੀਕਾ ਚ ਉਹ ਬੈਠਾ ਹੈ, ਇੰਗਲੈਂਡ ਚ ਪਤਾ ਨਹੀਂ ਕੀ ਹੋ ਗਿਆ, ਕੇਜਰੀਵਾਲ ਨੇ ਕਿਹੜੀ ਅਨਾਉਂਸਮੈਂਟ ਕੀਤੀ, ਭਗਵੰਤ ਮਾਨ ਨੇ ਕੀ ਕਹਿਤਾ, 24 ਘੰਟੇ ਟੀਵੀ ਦੀ ਇਹਨੂੰ ਅਪਡੇਟ ਆ। ਪਰ ਬੰਦੇ ਨੂੰ ਇਹ ਨਹੀਂ ਪਤਾ ਹੁੰਦਾ ਕਿ ਮੇਰੇ ਚ ਕਿਹੜੇ ਕਿਹੜੇ ਔਗਣ ਹੈ। ਔਰ ਇੱਕ ਮਾੜੀ ਚੀਜ਼ ਹੈ। ਇੱਕ ਚੀਜ਼ ਹੋ ਰਿਹਾ ਗੋਰਖੀ ਸਾਹਿਬ, ਜਦ ਆਪਾਂ ਨੇ ਜਿਹੜਾ ਝਾੜੂ ਲਗਾਇਆ ਹੈ ਤੇ ਸਫਾਈ ਤਾਂ ਦਿਸਣੀ ਚਾਹੀਦੀ ਆ। ਹਾਂ, ਉਹ ਝਾੜੂ, ਉਹ ਕਹਿੰਦੇ ਝਾੜੂ, ਉਹ ਕਹਿੰਦੇ ਸਫਾਈ ਵੱਲ ਵੇਖੋ ਹੀ ਨਾ ਤੁਸੀਂ, ਤੁਹਾਨੂੰ ਆਊਟਪੁੱਟ ਵੇਖਣ ਦੀ ਲੋੜ ਨਹੀਂ, ਬਸ ਅੰਨ੍ਹੇਵਾਹ ਇੱਥੇ ਕਣਕ ਸੁੱਟੀ ਜਾਓ। ਉਹਨਾਂ ਨੂੰ ਪੁੱਛੇ ਕਿ ਭਾਈ ਮੈਂ 10, 12, 20, 25 ਸਾਲ ਤੋਂ ਇੱਥੇ ਕਣਕ ਢੋਣਿਆ ਵਾਂ ਤੇ ਇਹ ਭੜੋਲਾ ਭਰਿਆ ਕਿ ਨਹੀਂ ਭਰਿਆ? ਉਹ ਕਹਿੰਦੇ ਤੁਹਾਡੀ ਚਿੰਤਾ ਨਹੀਂ, ਇਹ ਸਤਿਗੁਰੂ ਵੇਖੇਗਾ। ਹੁਣ ਸਤਿਗੁਰੂ ਕੀ ਵੇਖਣਾ, ਉਹ ਤੇ ਤੁਸੀਂ ਵੇਖਣਾ ਜਿਹੜਾ ਕਣਕ ਲੈ ਕੇ ਜਾ ਰਿਹਾ। ਹੁਣ ਮੇਰੇ ਵਰਗਾ 2-4 ਬਾਲਟੀਆਂ ਲਿਆਵੇ ਨਾ ਤੇ 6ਵੀਂ ਵਾਰੀ ਮਨ ਚ ਸਵਾਲ ਹੁੰਦਾ, ਚਰਜੀ ਚੈੱਕ ਕਰੋ ਜਿੱਥੇ ਪਾਣੀ ਪਾ ਰਿਹਾ ਕਿਤੇ ਛੇਕ ਚੁੱਕ ਨਹੀਂ, ਉੱਥੇ ਪਾਣੀ ਕਿੱਧਰ ਜਾ ਰਿਹਾ। ਇਹ ਸਾਨੂੰ ਕਾਮਨ ਸੈਂਸ ਹੈ। ਰੱਬ ਨੇ ਸਾਡੇ ਅੰਦਰ ਬੁੱਧੀ ਦਿੱਤੀ ਆ। ਰੋਟੀਆਂ 2-3 ਖਾਈ ਦੀਆਂ ਨਾ, ਤੇ 4 ਰੋਟੀਆਂ ਖਾਣ ਤੋਂ ਪਹਿਲਾਂ ਵੀ ਆਪਾਂ ਸੋਚਦੇ ਹਾਂ ਕਿ ਬਈ 3 ਦੀ ਮੇਰੀ ਕਪੈਸਿਟੀ ਆ, 4 ਨੂੰ ਹੱਥ ਪਾ ਲਿਆ, ਢਿੱਡ ਭਰਿਆ ਕਿ ਨਹੀਂ ਭਰਿਆ।
ਨਹੀਂ ਭਰਿਆ ਤੇ ਹੁਣ ਆਪਾਂ ਕਹਿੰਦੇ 2 ਮਿੰਟ ਰੁਕ ਜਾਓ। ਇਸੇ ਤਰ੍ਹਾਂ ਜ਼ਿੰਦਗੀ ਦੇ ਵਿੱਚ ਭਗਤੀ ਕਰਨੀ ਆ ਔਰ ਉਹਦੇ ਵਿੱਚ ਤੁਹਾਨੂੰ ਕੀ ਪ੍ਰਾਪਤ ਹੋ ਰਿਹਾ ਜਾਂ ਨਹੀਂ ਪ੍ਰਾਪਤ ਹੋ ਰਿਹਾ, ਇਹਦੇ ਬਾਰੇ ਵੀ ਤੁਹਾਨੂੰ ਆਪਣੇ ਆਪ ਤੋਂ ਸਵਾਲ ਕਰਨਾ ਪਵੇਗਾ, ਕਿਉਂਕਿ ਇਹ ਕੋਈ ਬਲਾਈਂਡ ਜਰਨੀ ਨਹੀਂ ਹੈਗੀ ਨਜਰ ਸਾਹਿਬ। ਇੱਕ ਤਾਂ ਹੁੰਦਾ ਨਾ ਅੰਨ੍ਹੇਵਾਹ ਭੱਜੇ ਜਾਓ, ਬਾਣੀ ਤੇ ਕਹਿ ਨਹੀਂ ਦਈ, ਬਾਣੀ ਕਹਿੰਦੀ ਕਿ ਪਹਿਲਾਂ ਤੂੰ ਪਛਾਣ ਤੇ ਫੇਰ ਵਪਾਰ ਕਰ। ਜਿਹਨੂੰ ਪਤਾ ਤੇ ਹੋਵੇ ਤਾਂ ਜਾਣ ਕਿੱਧਰ ਦੇ ਆ ਆਪਾਂ, ਥੋੜੀ ਹੁਣ ਸਫ਼ਰ ਕਰਨਾ ਤੇ ਜਿੱਧਰ ਮਰਜ਼ੀ ਮੂੰਹ ਚੁੱਕਿਆ ਤੁਰ ਪਏ। ਆਪਾਂ ਨੂੰ ਪਤਾ ਹੋਣਾ ਚਾਹੀਦਾ ਆਪਾਂ ਪਹੁੰਚਣਾ ਕਿੱਥੇ ਆ। ਤੇ ਬਾਣੀ ਕਹਿੰਦੀ ਆ ਕਿ ਤੇਰੀ ਮੰਜ਼ਿਲ ਜਿਹੜੀ ਆ ਮਨ ਨੂੰ ਇਕਾਗਰ ਕਰਨ ਤੱਕ ਹੈ। ਬਿਲਕੁਲ, ਮਨ ਨੂੰ ਇਕਾਗਰ ਕਰਨਾ ਹੈ, ਬ੍ਰਹਮ ਲੀਨ ਕਰਨਾ ਹੈ ਤੂੰ ਮਨ ਨੂੰ, ਇਹ ਤੇਰੀ ਮੰਜ਼ਿਲ ਹੋਣੀ ਚਾਹੀਦੀ ਆ। ਤੂੰ ਕਿਹੜਾ ਸ਼ਬਦ ਬੋਲਿਆ, ਕੀ ਸੁਣਿਆ, ਇਟ ਡਜ਼ਨਟ ਮੈਟਰ। ਤੇਰੀ ਜ਼ਿੰਦਗੀ ਦੀ ਜਿਹੜੀ ਪ੍ਰਾਪਤੀ ਹੈ ਸਵੈ ਅਸਥ, ਜਿਹੜੀ ਤੇਰੀ ਚੇਤਨਾ ਦਾ ਜਿਹੜਾ ਪ੍ਰਭਾਵ ਆ, ਜਿਹੜਾ ਬਾਹਰ ਸੰਸਾਰ ਵੱਲ ਭੱਜ ਰਿਹਾ, ਇਹਨੂੰ ਅੰਤਰਮੁਖੀ ਕਰਕੇ ਆਪਣੇ ਵਿੱਚ ਸਥਿਰ ਕਰਨਾ ਹੈ ਸੂਖਮ ਤੌਰ ਤੇ। ਇਹ ਤੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ, ਕਿਉਂਕਿ ਉੱਥੇ ਜਾ ਕੇ ਫਿਰ ਬਾਣੀ ਕਹਿੰਦੀ ਹੈ ਘੜੀਏ ਸੁਰਤ ਮਤ ਮਨ ਬੁੱਧ, ਕਿਉਂਕਿ ਉੱਥੇ ਕੰਮ ਹੋਣਾ ਹੈ ਮੁੜ ਕੇ। ਬਿਲਕੁਲ, ਜੇ ਤੂੰ ਉੱਥੇ ਬੱਚਾ ਜਾਊਗਾ ਹੀ ਨਹੀਂ ਸਕੂਲੇ, ਉਹ ਕਿੱਥੋਂ ਪੜੂਗਾ, ਉਹ ਕਿੱਥੋਂ ਗਿਆਨ ਪ੍ਰਾਪਤ ਕਰੇਗਾ। ਇਸ ਕਰਕੇ ਤੇਰਾ ਜਿਹੜਾ ਬੱਚਾ ਹੈ, ਜਿਹੜਾ ਤੇਰਾ ਧਿਆਨ, ਉਸ ਨੂੰ ਆਤਮਾ ਦੇ ਵਿੱਚ ਤੈਨੂੰ ਸਥਿਰ ਕਰਨਾ ਪਊਗਾ। ਉਸ ਤੋਂ ਬਾਅਦ ਫਿਰ ਤੈਨੂੰ ਗਿਆਨ ਹੋਊਗਾ। ਫਿਰ ਜਬ ਜਾਣਾ ਤਬ ਹੀ ਮਾਨਾ, ਜੇ ਤੂੰ ਜਾਣ ਲੇਗਾ ਤਾਂ ਫਿਰ ਮੰਨਿਆ ਕਿ ਗੱਲ ਖਤਮ ਹੋ ਗਈ। ਔਰ ਇਹ ਬਹੁਤ ਜ਼ਰੂਰੀ ਹੈ। ਠੀਕ ਹੈ ਜੀ, ਫਿਰ ਆ ਤੁਕ ਫਿਰ ਨਜਰ ਸਾਹਿਬ ਬੋਲੋ। ਇਹ ਸੁਖਜੀਤ ਜੀ ਕੁਝ ਕਹਿਣਾ ਚਾਹੁੰਦੇ ਸੀਗੇ। ਸੁਖਜੀਤ ਜੀ ਕੁਝ ਕਹਿਣਾ ਚਾਹੁੰਦੇ ਤੁਸੀਂ? ਮੈਂ ਤਾਂ ਸਿਰਫ ਜੋ ਆਪਣੇ ਗੁਰਕੀ ਸਾਹਿਬ ਨੇ ਕਿਹਾ ਵੀ ਅਸੀਂ ਆਪਣੇ ਮਨ ਨੂੰ ਨਹੀਂ ਪੜ੍ਹਦੇ, ਆਪਣੇ ਔਗਣ ਨਹੀਂ ਦੇਖਦੇ। ਸਾਡੀ 100% એનર્ਜੀ ਦੂਜਿਆਂ ਦੇ ਔਗਣ ਦੇਖਣ ਚ ਲੱਗਦੀ ਆ, ਬਿਲਕੁਲ ਆਪਣੇ ਆਪ ਚ ਨਹੀਂ ਜਾਂਦੇ। ਬਿਲਕੁਲ ਸਹੀ ਗੱਲ ਹੈ ਜੀ, ਬਿਲਕੁਲ ਸਹੀ ਗੱਲ ਹੈ। ਜਿਨ ਗੁਰਮੁਖੇ ਹਰ ਆਰਾਧਿਆ ਤਿਨ ਸੰਤ ਜਨਾ ਜੈਕਾਰ, ਕੋਈ ਨਿੰਦਾ ਕਰੇ ਪੂਰੇ ਸਤਿਗੁਰੂ ਕੀ, ਤਿਸਨੂੰ ਫਿੱਟ ਫਿੱਟ ਕਹੇ ਸਭ ਸੰਸਾਰ। ਤੇ ਜਿਹੜੇ ਹੈਗੇ ਹੁਣ ਭਾਈ ਜਿਹੜੇ ਝੂਠ ਦੇ ਨਾਲ ਜੁੜੇ ਹੋਏ ਆ, ਜਿਨ੍ਹਾਂ ਨੂੰ ਝੂਠ ਚਾਹੀਦਾ ਹੈ, ਜਿਨ੍ਹਾਂ ਨੂੰ ਸਾਰੇ ਪਦਾਰਥ ਆਕਾਰ ਸਾਰਾ ਚਾਹੀਦਾ ਹੈ ਭਾਈ, ਉਹਨਾਂ ਨੇ ਜਿਹੜੇ ਹੈਗੇ ਉਹ ਫਿਰ ਜਿਹੜੇ ਸੱਚ ਵਾਲਿਆਂ ਦੀ ਨਿੰਦਾ ਕਰਦੇ ਆ, ਜਿਨ੍ਹਾਂ ਦੇ ਜਿਹੜੇ ਸੱਚੇ ਮਾਰਗ ਤੇ ਚੱਲਦੇ ਆ, ਕਹਿੰਦੇ ਉਹਦੇ ਨਾਲ ਭਾਈ ਉਹਨਾਂ ਨੂੰ ਫਿਟਕਾਰ ਪੈਣੀ ਆ। ਕੋਈ ਨਿੰਦਾ ਕਰੇ ਪੂਰੇ ਸਤਿਗੁਰੂ ਕੀ, ਤਿਸਨੂੰ ਫਿੱਟ ਫਿੱਟ ਕਹੇ ਸਭ ਸੰਸਾਰ। ਸਾਰੇ ਸੰਸਾਰ ਦੇ ਵਿੱਚ ਫਿਟਕਾਰ ਹੋਏਗੀ ਉਹਦੀ। ਸਤਿਗੁਰ ਵਿੱਚ ਹੀ ਆਪ ਵਰਤਦਾ ਹਰ ਆਪੇ ਰੱਖਣਹਾਰ। ਔਰ ਉਹ ਸਤਿਗੁਰੂ ਦਾ ਬ੍ਰਹਮ ਗਿਆਨੀਆਂ ਦਾ ਕੁਛ ਨਹੀਂ ਵਿਗਾੜ ਸਕਦੇ, ਕਿਉਂਕਿ ਬ੍ਰਹਮ ਗਿਆਨੀਆਂ ਦੇ ਵਿੱਚ ਉਹ ਮਾਲਕ ਪਰਮਾਤਮਾ ਆਪ ਵਰਤਦਾ ਹੈ। ਔਰ ਆਪ ਜਿਹੜੇ ਸ੍ਰਿਸ਼ਟੀ ਬਣਾਈ ਹੈ ਭਾਈ, ਉਹ ਆਪ ਉਹਨਾਂ ਦਾ ਰੱਖਣਹਾਰਾ ਹੈਗਾ। ਹਾਂਜੀ ਗੁਰਕੀ ਸਾਹਿਬ। ਹਾਂਜੀ ਠੀਕ ਹੈ। ਸਾਧ ਸੰਗਤ ਜੀ ਦੇਖੋ, ਕਹਿ ਰਹੇ ਨੇ ਜਿਨ੍ਹਾਂ ਨੇ ਨਿੰਦਿਆ ਕੀਤੀ ਹੈ, ਤੇ ਉਹ ਕਹਿੰਦੇ ਬਹੁਤ ਮਾੜੀ ਚੀਜ਼ ਹੈ। ਉਹ ਫਿਟਕਾਰ ਹੈ ਉਹਨਾਂ ਦੇ ਲਈ, ਸ਼ਰਮ ਦੀ ਚੀਜ਼ ਹੈ, ਕਿਉਂਕਿ ਉਹਨਾਂ ਨੇ ਸੱਚ ਦੀ ਨਿੰਦਿਆ ਕਰਤੀ ਆ। ਸੱਚ ਦਾ ਭਾਵ ਉਹਨਾਂ ਰੱਬ ਦੀ ਨਿੰਦਿਆ ਕਰਤੀ ਪਗਲਿਆਂ ਨੇ। ਨਜਰ ਸਾਹਿਬ, ਸੱਚ ਦੀ ਨਿੰਦਿਆ ਮਤਲਬ ਤੁਸੀਂ ਰੱਬ ਦੀ ਨਿੰਦਿਆ ਕਰਤੀ ਜੀ। ਬਿਲਕੁਲ ਸਹੀ ਗੱਲ ਹੈ ਜੀ, ਬਿਲਕੁਲ ਸਹੀ ਹੈ। ਉਹ ਬੰਦਾ ਤਾਂ ਹੈ ਹੀ ਨਹੀਂ ਉੱਥੇ, ਉਹ ਤੇ ਬ੍ਰਹਮ ਹੈ। ਇੱਕ ਮੇਰੇ ਵਰਗੇ ਦੀ ਤੁਸੀਂ ਨਿੰਦਿਆ ਵੀ ਕਰ ਦੋ ਤਾਂ ਕੋਈ ਫਰਕ ਨਹੀਂ ਪੈਂਦਾ, ਮੈਂ ਤਾਂ ਸੰਸਾਰੀ ਜੀਵ ਆ। ਪਰ ਅਗਲੇ ਬੰਨੇ ਬ੍ਰਹਮ ਗਿਆਨੀ ਆ, ਤੁਸੀਂ ਬ੍ਰਹਮ ਗਿਆਨੀ ਦੀ ਨਿੰਦਿਆ ਕਰ ਦੋ ਤੇ ਉਹ ਕਹਿੰਦਾ ਤੇਰੇ ਤੇ ਪੁੰਨ ਸੜ ਜਾਣੇ ਆ। ਇਹ ਤਾਂ ਕਿੱਥੇ ਗਲਤ ਜਗ੍ਹਾ ਤੇ ਚਲ ਗਿਆ ਤੂੰ। ਕੋਈ ਸੰਸਾਰੀ ਬੰਦਾ ਥੋੜੀ ਸੀ, ਉੱਥੇ ਸੱਚ ਪ੍ਰਗਟ ਹੋ ਗਿਆ ਔਰ ਤੂੰ ਉਹਦੀ ਨਿੰਦਿਆ ਕਰਤੀ। ਤੈਨੂੰ ਕੋਈ ਹੋਰ ਬੰਦਾ ਹੀ ਨਹੀਂ ਮਿਲਿਆ। ਔਰ ਲੋਕੀ ਥੁੱਕਣੋਂ ਨਹੀਂ ਹਟਦੇ, ਭਾਵੇਂ ਚੰਦਰਮਾ ਤੇ ਥੁੱਕਦੇ ਆ, ਉੱਥੇ ਵੀ ਮੇਰੇ ਵਰਗੇ ਕਹਿ ਦਿੰਦੇ ਚ ਕਾਲਾ ਕਾਲਖ ਹੈਗੀ, ਆਪਣੇ ਧੱਬਾ ਹੈਗਾ। ਤੇ ਬੰਦਾ ਪੁੱਛੇ ਤੂੰ ਵੇਖਿਆ ਧੱਬਾ ਹੈਗਾ ਉੱਥੇ? ਹੈਂ, ਉਹ ਥੁੱਕਦੇ ਚੰਦਰਮਾ ਤੇ, ਭਾਵੇਂ ਥੁੱਕ ਮੂੰਹ ਤੇ ਪੈ ਜੇ, ਉਹ ਚੰਦਰਮਾ ਤੇ ਥੋੜੀ ਜਾਣਾ ਵਾ। ਇਹੋ ਹਿਸਾਬ ਹੈ। ਬ੍ਰਹਮ ਗਿਆਨੀ ਤੇ ਜੇ ਕੋਈ ਨਿੰਦਿਆ ਕਰਦਾ ਹੈ ਤੇ ਉਹ ਸਮਝ ਲਓ ਕਿ ਛੱਤ ਵੱਲ ਵੇਖ ਕੇ ਥੁੱਕਣ ਵਾਲਾ ਹਿਸਾਬ ਹੈ। ਉਹ ਥੁੱਕ ਬੰਦੇ ਦੇ ਮੂੰਹ ਤੇ ਪੈਂਦਾ। ਇਹ ਚੀਜ਼ ਹੈ, ਮਾੜੀ ਚੀਜ਼ ਹੈ। ਇਸ ਕਰਕੇ ਨਿੰਦਿਆ ਤੋਂ ਬਚੋ ਜੀ। ਜੇ ਕੋਈ ਸੱਚ ਹੈਗਾ ਤਾਂ ਉਹਨੂੰ ਸਵੀਕਾਰ ਕਰੋ। ਇਟ ਡਜ਼ਨਟ ਮੈਟਰ ਉਹ ਸੱਚ ਕਿੱਥੋਂ ਆ ਰਿਹਾ। ਸੱਚ ਦਾ ਕੋਈ ਰੂਪ ਨਹੀਂ ਹੁੰਦਾ, ਕੋਈ ਉਹਦਾ ਧਰਮ ਨਹੀਂ ਹੁੰਦਾ। ਠੀਕ ਹੈ ਜੀ, ਬਿਲਕੁਲ। ਧੰਨ ਗੁਰੂ ਜਿੱਥੇ ਵੀ ਸੱਚ। ਹਾਂਜੀ ਹਾਂਜੀ। ਨਹੀਂ ਕੋਈ ਨਹੀਂ, ਤੁਸੀਂ ਕੀ ਕਹਿ ਰਹੇ ਸੀ? ਜਿੱਥੇ ਵੀ ਸੱਚ, ਮੈਂ ਕਹਿੰਦਾ ਕਿਸੇ ਵੀ ਰੂਪ ਚ ਜਿਹਦੇ ਸੱਚ ਹੈਗਾ ਨਾ, ਲੈ ਲਓ ਬਸ। ਬਿਲਕੁਲ ਸਹੀ ਗੱਲ ਹੈ। ਨਹੀਂ ਲੈ ਨਹੀਂ ਲਓ, ਜਿੱਥੋਂ ਲੈਣਾ ਛੱਡ ਦੋ, ਉੱਥੋਂ ਹੱਥ ਜੋੜ ਕੇ ਬਾਹਰ ਚੱਲ ਜਾਓ। ਕਿਤੇ ਉਹਨੂੰ ਝੂਠਾ ਸਾਬਤ ਕਰਨ ਦੀ ਕੋਸ਼ਿਸ਼ ਨਾ ਕਰਿਓ, ਤੁਸੀਂ ਰਗੜੇ ਜਾਣਾ ਜੋ। ਬਿਲਕੁਲ ਸਹੀ ਗੱਲ ਹੈ।
ਕਾਨੂੰਨ ਪਤਾ ਕੀ ਕਹਿੰਦਾ ਹੈ, 100 ਚੋੜ ਛੁੱਟ ਜੇ ਤੇ ਕੋਈ ਗੱਲ ਨਹੀਂ, ਪਰ ਸੱਚੇ ਬੰਦੇ ਨੂੰ ਕਿਤੇ ਸਜ਼ਾ ਨਾ ਹੋ ਜੇ। ਤੇ ਜੇ ਕਿਸੇ ਨੇ ਸੱਚੇ ਬੰਦੇ ਨੂੰ ਸਜ਼ਾ ਦੇਤੀ ਸ਼ੁਕਰਾਤ ਵਰਗੇ ਨੂੰ, ਉਹ ਧਰਤੀ ਪੱਟੀ ਜਣੀ ਜੇ। ਬਿਲਕੁਲ ਸਹੀ ਹੈ ਜੀ, ਬਿਲਕੁਲ ਸਹੀ ਹੈ। ਉਹ ਬੜੀ ਵੱਡੀ ਚੇਤਨਾ ਪ੍ਰਗਟ ਹੋ ਗਈ ਉੱਥੇ। ਤੁਸੀਂ ਉਹਨੂੰ ਸਜ਼ਾ ਦੇ ਦਿਓ ਤੇ ਉੱਥੇ ਬਹੁਤ ਮਾੜੀ ਚੀਜ਼ ਹੈ, ਵੈਰੀ ਬੈਡ। ਠੀਕ ਹੈ ਜੀ, ਬਿਲਕੁਲ। ਅੱਗੇ ਚਲੋ ਨਿਜੇ ਸਾਹਿਬ, ਸਤਿਗੁਰ ਤੋਂ ਅੱਗੇ ਫਿਰ ਧੰਨ ਧੰਨ ਗੁਰੂ ਗੁਣ ਗਾਵਦਾ। ਉਹ ਤਾਂ ਪਰਮੇਸ਼ਰ ਦੀ ਭਗਤੀ ਕਰ ਰਿਹਾ, ਉਹ ਤਾਂ ਮਾਲਕ ਦੇ ਨਾਲ ਇੱਕਮਿਕ ਹੈਗਾ। ਤਿਸ ਨੂੰ ਸਦਾ ਸਦਾ ਨਮਸਕਾਰ ਕਹਿੰਦੇ, ਉਹਨੂੰ ਤਾਂ ਹਮੇਸ਼ਾ ਹਮੇਸ਼ਾ ਨਮਸਕਾਰ ਕਰ। ਝੁਕ ਉਹਦੇ ਅੱਗੇ, ਸੱਚ ਦੇ ਅੱਗੇ ਝੁਕ ਜਾ। ਜਨ ਨਾਨਕ ਤਿਨ ਕੋ ਵਾਰਿਆ, ਜਿਨ ਜਪਿਆ ਸਿਰਜਣਹਾਰ। ਕਹਿੰਦੇ ਮੈਂ ਤਾਂ ਉਹਨਾਂ ਤੋਂ ਵਾਰਨੇ ਆ, ਬਲਿਹਾਰਨੇ ਆ ਪਾਏ, ਜਿਨ੍ਹਾਂ ਨੇ ਉਸ ਸਿਰਜਣਹਾਰ ਮਾਲਕ ਪਰਮਾਤਮਾ ਸੱਚ ਜਿਹੜਾ ਹੈਗਾ, ਜਿਹਨੇ ਉਸ ਦਾ ਧਿਆਨ ਕੀਤਾ ਪਾਏ, ਜਿਹੜੇ ਉਸ ਮਾਲਕ ਪਰਮਾਤਮਾ ਦੀ ਜਿਨ੍ਹਾਂ ਨੇ ਭਗਤੀ ਕੀਤੀ, ਮੈਂ ਤਾਂ ਉਹਨਾਂ ਤੋਂ ਵਾਰਨੇ ਆ। ਹਾਂਜੀ ਵੀਰ ਜੀ, ਬਿਲਕੁਲ ਠੀਕ ਹੈ ਜੀ। ਉਹ ਕਹਿੰਦੇ ਆ ਕਿ ਬਈ, ਉਹ ਕਹਿੰਦੇ ਨਮਸਕਾਰ ਉਹਨਾਂ ਨੂੰ ਕਰੋ, ਤੁਸੀਂ ਉਹਨਾਂ ਦੀ ਨਿੰਦਿਆ ਨਾ ਕਰੋ, ਨਮਸਕਾਰ ਕਰਕੇ ਚੱਲ ਜਾਓ। ਬਈ ਤੁਹਾਡੀ ਮਰਜ਼ੀ, ਨਹੀਂ ਗਿਆਨ ਲੈਣਾ ਵੱਖਰੀ ਗੱਲ, ਪਰ ਉਹਨਾਂ ਦੀ ਨਿੰਦਿਆ ਨਾ ਕਰ ਲਿਓ। ਠੀਕ ਹੈ ਜੀ। ਕਹਿੰਦੇ ਜਨ ਨਾਨਕ ਤਿੰਨ ਕੋ ਵਾਰਿਆ, ਜਿਹਨੇ ਜਪਿਆ ਸਿਰਜਣਹਾਰ। ਕਿ ਜਿਹਨੇ ਪ੍ਰਮਾਤਮਾ ਨੂੰ ਧਿਆਇਆ ਹੈ, ਉਹਦੀ ਭਗਤੀ ਕੀਤੀ ਹੈ, ਉਹ ਕਹਿੰਦੇ ਮੈਂ ਤੇ ਉਹਨਾਂ ਤੋਂ ਵਾਰਿਆ ਜਾਂਦਾ ਬੜਾ। ਬਿਲਕੁਲ। ਕਿਉਂਕਿ ਉਹਨਾਂ ਨੇ ਉਹ ਕੋਈ ਰੂਪ ਦਾ ਨਹੀਂ ਭਗਤੀ ਕੀਤੀ, ਉਹ ਨਿਰਗੁਣ ਬ੍ਰਹਮ ਦੀ ਭਗਤੀ ਕਰ ਰਹੇ ਨੇ। ਔਰ ਉਹ ਕਾਫੀ ਵੱਡੀ ਚੀਜ਼ ਹੈ, ਕਿਉਂਕਿ ਉੱਥੇ ਕੋਈ ਜਾਂਦਾ ਨਹੀਂ, ਉਹਦੀ ਕੋਈ ਭਗਤੀ ਨਹੀਂ ਕਰਦਾ ਪ੍ਰਮਾਤਮਾ ਦੀ। ਇਹ ਜਿਹੜੇ ਤੁਹਾਨੂੰ ਲੋਕ ਗੁਰਦੁਆਰਿਆਂ ਚ ਮੰਦਿਰਾਂ ਚ ਤੁਰੇ ਫਿਰਦੇ ਨਜ਼ਰ ਆ ਰਹੇ ਨੇ, they are not worship the God। ਉਹ ਤਾਮਸਿਕ ਲੋਕ ਨੇ, ਉਹਨਾਂ ਨੂੰ ਪਦਾਰਥ ਚਾਹੀਦੇ ਨੇ, ਕਿਸੇ ਨੂੰ ਧੀ ਚਾਹੀਦੀ, ਕਿਸੇ ਨੂੰ ਪਤਨੀ ਚਾਹੀਦੀ। ਉਹ ਦੇਖਿਆ ਨਾ ਮਹਾਤਮਾ ਬੁੱਧ ਦਾ, ਜਦੋਂ ਇੱਕ ਸੰਤ ਸੀ, ਉਹ ਪ੍ਰਚਾਰ ਕਰਦਾ ਸੀ, ਉਹਦੇ ਕੋਲ ਇੱਕ ਬੰਦਾ ਗਿਆ, ਉਹ ਕਹਿੰਦਾ ਮਹਾਰਾਜ 10-15 ਸਾਲ ਹੋ ਗਏ ਆ, ਮੈਂ ਵੇਖਿਆ ਇੱਥੇ ਤੁਸੀਂ ਬੜਾ ਰੌਲਾ ਪਿਆ ਵਾ, ਕਿਤੇ ਇੰਨੀ ਭੀੜ ਇਕੱਠੀ ਹੁੰਦੀ ਹੈ, ਪਰ ਇੱਥੇ ਕਿਸੇ ਨੂੰ ਤੇ ਰੱਬ ਮਿਲਿਆ ਨਹੀਂ ਅਜੇ ਤੱਕ। ਉਹ ਕਹਿੰਦਾ ਠੀਕ ਹੈ, ਇਹਦਾ ਜਵਾਬ ਤੈਨੂੰ ਦੇਵਾਂਗੇ। ਏਦਾਂ ਕਰੀ, ਕੱਲ ਸਵੇਰੇ ਆਉਣ ਤੋਂ ਪਹਿਲਾਂ ਇੱਕ ਵਾਰੀ ਪਿੰਡ 'ਚ ਜਾ, ਲੋਕਾਂ ਨੂੰ ਪੁੱਛ ਕਿ ਤੁਹਾਨੂੰ ਕੀ ਚਾਹੀਦਾ। ਤੇ ਉਹ ਕਥਾ ਤੇ ਤੁਹਾਨੂੰ ਮੈਂ ਪਹਿਲਾਂ ਵੀ ਸੁਣਾਈ ਆ, ਥੋੜੀ ਨਾਲ ਜੋੜਦੀ ਹੈ, ਸੁਣਾ ਦਿੰਦਾ। ਉਹ ਗਿਆ ਸਵੇਰੇ, ਉਹ ਕਹਿੰਦੇ ਜੀ ਪਹਿਲੇ ਘਰ ਗਿਆ, ਉਹ ਕਹਿੰਦਾ ਜੀ ਤੁਸੀਂ ਕੀ ਕਰਨਾ ਚਾਹੁੰਦੇ ਹੋ? ਉਹ ਕਹਿੰਦਾ ਕਰਨਾ ਕੁਰਨਾ ਕੀ ਹੈ ਜੀ, ਮੇਰੇ ਕੋਲ ਜਨਾਨੀ ਨਹੀਂ ਹੈਗੀ, ਮੈਨੂੰ ਜਨਾਨੀ ਦਿਓ। ਕਹਿੰਦਾ ਠੀਕ ਹੈ ਜੀ। ਫਿਰ ਦੂਜੇ ਕੋ ਗਏ, ਉਹ ਕਹਿੰਦਾ ਮੇਰੇ ਕੋਲ ਘਰ ਨਹੀਂ ਹੈਗਾ, ਮੈਨੂੰ ਘਰ ਚਾਹੀਦਾ। ਇੱਕ ਠੀਕ ਹੈ, ਹੋਰ ਕੋਈ ਘਰ ਨਹੀਂ, ਫਿਰ ਉਹ ਵੀ ਗੱਲ ਲਿਖ ਲਈ। ਫਿਰ ਤੀਜੇ ਕੋ ਗਿਆ, ਉਹ ਕਹਿੰਦਾ ਜੀ ਮੇਰੇ ਕੋਲ ਘਰ ਵੀ ਹੈਗਾ, ਨੌਕਰੀ ਵੀ ਹੈਗੀ ਹੈ, ਮੇਰੇ ਕੋਲ ਪਤਨੀ ਵੀ ਹੈਗੀ, ਬੱਚੇ ਨਹੀਂ ਹੈਗੇ, ਬੱਚੇ ਲਿਆਓ। ਤੇ ਫਿਰ ਉਹ ਗੱਲ ਸਹੀ ਸੀ। ਫਿਰ ਉਸ ਤੋਂ ਬਾਅਦ ਫਿਰ ਉਹ ਹੋਰ ਘਰ ਗਿਆ, ਉਹ ਕਹਿੰਦਾ ਮੇਰੇ ਕੋਲ ਮੁੰਡਾ ਹੈਗਾ, ਮੈਨੂੰ ਕੁੜੀ ਹੈਗੀ, ਮੇਰੇ ਕੋਲ ਮੁੰਡਾ ਚਾਹੀਦਾ। ਤੋ ਉਹ ਫਿਰ ਇੱਕ ਕਹਿੰਦਾ ਜੀ ਮੇਰੇ ਕੋਲ ਨੌਕਰੀ ਨਹੀਂ ਹੈਗੀ। ਫਿਰ ਇੱਕ ਕੋ ਘਰ ਵੀ ਹੈਗਾ, ਬੱਚਾ ਵੀ ਹੈਗਾ, ਮੁੰਡਾ ਵੀ ਹੈਗੇ ਆ, ਪੈਸਾ ਵੀ ਹੈਗਾ ਵਾ। ਉਹ ਕਹਿੰਦਾ ਮੈਂ ਸਰਪੰਚ ਬਣਨਾ ਚਾਹੀਦਾ ਪਿੰਡ ਦਾ, ਮੁਖੀਆ। ਮੇਰਾ ਬੜੀ ਦੁੱਖ ਦੀ ਗੱਲ ਹੈ। ਉਹ ਫਿਰ ਸਾਰਾ ਪਿੰਡ ਨਗਰ ਘੁੰਮ ਕੇ ਆ ਗਿਆ ਸੰਤ ਕੋ। ਸੰਤ ਸਾਹਿਬ ਬੈਠੇ, ਸੰਤ ਸਾਹਿਬ ਕਹਿੰਦੇ ਕਿ ਤੁਸੀਂ ਘੁੰਮ ਆਏ, ਤੇਰੇ ਸਵਾਲ ਦਾ ਜਵਾਬ ਦੇਣਾ ਸੀ, ਤੈਨੂੰ ਮੈਂ ਇੱਕ ਸਵਾਲ ਕੀਤਾ ਸੀ। ਇਹ ਕਹਿੰਦਾ ਮਹਾਰਾਜ ਇਹ ਤੇ ਸੰਸਾਰੀ ਲੋਕ ਨੇ, ਇਹਨਾਂ ਦੀ ਜ਼ਿੰਦਗੀ ਦਾ ਮਕਸਦ ਹੀ ਪਦਾਰਥ ਹੈ। ਰੱਬ ਨੂੰ ਤਾਂ ਕੋਈ ਚਾਹੁੰਦਾ ਹੀ ਨਹੀਂ, ਤੇ ਪ੍ਰਗਟ ਕਿਵੇਂ ਹੋਏਗਾ? ਉਹ ਕਹਿੰਦਾ ਜੇ ਚਾਹੁੰਦੇ ਨਹੀਂ ਤੇ ਮੈਂ ਕਦੋਂ ਦੇ ਦਾਂ। ਉਹ ਕਹਿੰਦਾ ਡੁੱਬ ਜਾਣਗੇ। ਕਹਿੰਦਾ ਉਹਨਾਂ ਦੀ ਟੈਨਸ਼ਨ ਨਾ ਲੈ, ਤੈਨੂੰ ਤਾਂ ਪਤਾ ਲੱਗ ਗਿਆ ਨਾ, ਤੂੰ ਲੈਣਾ ਚਾਹੁੰਦਾ ਆਪਣੀ ਗੱਲ ਕਰ। ਇਹੋ ਹਿਸਾਬ ਸਾਡਾ ਹੈ। ਇਹ ਦੁਨੀਆ 'ਚ ਕੇਵਲ ਇੱਕ ਹੀ ਬੰਦੇ ਨੇ ਬਣਨਾ ਹੈ ਬ੍ਰਹਮ ਗਿਆਨੀ, ਉਹ ਤੁਸੀਂ ਜੋ। ਕਿਉਂਕਿ ਹੋਰ ਤੇ ਕਿਸੇ ਨੇ ਬਣਨਾ ਨਹੀਂ। ਉਹ ਤੇ ਬੜੀ ਸਪੀਡ ਨਾਲ ਗਤੀ ਕਰ ਰਹੇ ਨੇ, ਤੁਸੀਂ ਕਿੱਥੋਂ ਰੋਕ ਲੋਗੇ? ਇੱਕ ਗੱਡੀ ਨੂੰ ਰੋਕ ਸਕਦੇ ਤੁਸੀਂ? ਸਟੀਅਰਿੰਗ ਤੇ ਉਹ ਬੈਠਾ ਹੈ, ਗੱਡੀ ਉਹਦੀ ਹੈ, ਮਰਜ਼ੀ ਉਹਦੀ ਹੈ, ਐਕਸੀਲੇਟਰ ਤੇ ਪੈ ਰਿਹਾ ਅਗਲੇ ਦੇ। ਇਸ ਕਰਕੇ ਲੋਕਾਂ ਦੀ ਟੈਨਸ਼ਨ ਨਾ ਲਓ, ਤੁਸੀਂ ਆਪਣੀ ਟੈਨਸ਼ਨ ਲਓ। ਉਹ ਮਹਾਤਮਾ ਬੁੱਧ ਦੀ ਦੋ ਹੀ ਮੁੜ ਕੇ ਪੰਥ ਬਣ ਗਏ, ਹੀਣ ਜਾਣ ਤੇ ਮਹਾਯਾਨ। ਹੀਣ ਜਾਣ ਕਹਿੰਦੇ ਛੱਡੋ ਖੜਾ ਲੋਕਾਂ ਦਾ, ਆਪਣੀ ਕਿਸ਼ਤੀ ਕੱਢੋ, ਸੰਸਾਰ ਚੋਂ ਨਿਕਲ ਜਾਓ। ਜਦੋਂ ਤੁਸੀਂ ਪਰਲੇ ਪਾਰ ਚਲੇ ਗਏ ਨਾ, ਤੁਹਾਨੂੰ ਵੇਖ ਕੇ ਦੂਜੇ ਵੀ ਆ ਜਾਣਗੇ। ਮਹਾਯਾਨ ਵਾਲੇ ਕਹਿੰਦੇ ਨਹੀਂ, ਆਪਾਂ ਸਾਰੇ ਇੱਕ ਵਾਰੀ ਕਿਸ਼ਤੀ ਤੇ ਲੱਦਾਂਗੇ ਤੇ ਸਾਰੇ ਇਕੱਠੇ ਜਾਵਾਂਗੇ। ਉਹ ਕਹਿੰਦਾ ਨਹੀਂ, ਇਹ ਕਿਸੇ ਨੇ ਚੜ੍ਹਨਾ ਵਾ ਤੇ ਜਿਹਨੇ ਦੂਜੇ ਨੇ ਚੜ੍ਹਨਾ, ਇਹਨੇ ਉਤਰ ਕੇ ਭੱਜ ਜਾਣਾ ਵਾ। ਤੂੰ ਕਨਫਿਊਜ਼ ਹੋਇਆ ਰਹੇਗਾ। ਕੋਈ ਆ ਗਿਆ, ਕੋਈ ਬਹਿ ਗਿਆ, ਕੋਈ ਇਹਨੂੰ ਕਹਿੰਦਾ ਮੈਂ ਇਹਨੂੰ ਜਾਣਾ। ਇਹਨਾਂ ਨੇ ਇਕੱਠੇ ਨਹੀਂ ਹੋਣਾ, ਬੜਾ ਮੁਸ਼ਕਿਲ ਹੈ। ਇਹਨਾਂ ਨੇ ਕਹਿਣਾ ਕਿ ਮੈਨੂੰ ਫਲਾਨਾ ਕੰਮ ਚੇਤੇ ਆ ਗਿਆ, ਪਹਿਲਾਂ ਉਹ ਕਰ ਆਵਾਂ। ਇਸ ਕਰਕੇ ਤੁਸੀਂ ਇਕੱਲੇ ਭੱਜ ਜਾਓ। ਸੋ ਦੋਨੇ ਹੀ ਸਹੀ ਨੇ।
ਇੱਥੇ ਪਲੀਜ਼ ਆਪ ਅੰਡਰਸਟੈਂਡ ਕਰੀਏ, ਸਿਰਜਣਹਾਰ ਜਿਹੜਾ ਜਪਦਾ ਹੈ ਉਹਦਾ ਹੀ ਸਵੀਕਾਰ ਆ। ਉਸ ਪਰਮਾਤਮਾ ਨੂੰ ਸਵੀਕਾਰ ਮਤਲਬ ਉਹ ਚੀਜ਼ ਹੀ ਹੁੰਦੀ ਆ ਜਿਹੜਾ ਉਹਨੂੰ ਡਾਇਰੈਕਟ ਭਗਤੀ ਕਰਦਾ ਹੈ। ਜੇਕਰ ਤੁਸੀਂ ਆਕਾਰ 'ਚ ਬੈਠੇ ਜੋ, ਪਰ ਉਹ ਆਕਾਰ ਮੈਂ ਨਹੀਂ ਕਹਿੰਦਾ ਗਲਤ ਆ, ਸ਼ੁਰੂ 'ਚ ਠੀਕ ਆ, ਪਰ ਆਖਰ ਤੇ ਤੁਹਾਨੂੰ ਨਿਰਾਕਾਰ ਕੋਈ ਜਾਣਾ ਪਊਗਾ। ਠੀਕ ਹੈ ਨਜਰ ਸਾਹਿਬ? ਉਹਦੇ ਤੋਂ ਕਹਿੰਦੇ ਨੇ ਮੈਂ ਵਾਰਿਆ ਜਾਂਦਾ ਹੈ। ਅੱਗੇ ਬੋਲੋ ਨਜਰ ਸਾਹਿਬ। ਅੱਗੇ ਉਹ ਦੱਸਦੇ ਆ ਭਾਈ ਉਹ ਨਿਰਾਕਾਰ ਕੌਣ ਹੈਗਾ, ਉਹਦੇ ਬਾਰੇ ਗਿਆਨ ਦਿੰਦਾ। ਅਗਲਾ ਸ਼ਲੋਕ ਆ ਗਿਆ, ਅਗਲਾ ਸ਼ਲੋਕ ਆ ਗਿਆ, ਮਹੱਲਾ ਚੌਥਾ। ਆਪੇ ਧਰਤੀ ਸਾਜੀਨ ਆਪੇ ਆਕਾਸ਼। ਦੇਖ ਭਾਈ ਉਹ ਹੈਗਾ ਜਿਹਨੇ ਆ ਧਰਤੀ ਬਣਾਈ ਤੇ ਆਕਾਸ਼ ਬਣਾਇਆ। ਧਰਤੀ ਆਕਾਸ਼ ਬਣਾ ਕੇ ਫਿਰ ਜਿਹੜਾ ਹੈਗਾ ਵਿੱਚ ਆਪੇ ਜੰਤ ਉਪਾਇਨ ਮੁਖ ਆਪੇ ਦੇ ਗਿਰਾਸ। ਸਾਰੇ 84 ਲੱਖ ਜੂਨਾਂ ਜੀ ਜੰਤ ਵੀ ਆਪ ਹੀ ਪੈਦਾ ਕੀਤੇ ਆ ਤੇ ਸਾਰਿਆਂ ਨੂੰ ਖਾਣ ਨੂੰ ਦੇ ਰਿਹਾ। ਸਾਰਾ ਕੁਛ ਖਾਣ ਖੂਣ ਨੂੰ ਵੀ ਸਾਰਾ ਕੁਛ ਉਸੇ ਦਾ ਆ, ਉਹ ਹੀ ਦੇ ਰਿਹਾ ਸਾਰਿਆਂ ਨੂੰ। ਸਭ ਆਪੇ ਆਪ ਵਰਤਦਾ ਆਪੇ ਹੀ ਗੁਣਤਾਸ। ਔਰ ਸਾਰਿਆਂ ਦੇ ਵਿੱਚੋਂ ਮਾਲਕ ਪਰਮਾਤਮਾ ਮੌਜੂਦ ਹੈਗਾ। ਦੇਖ ਲਓ ਕੈਸਾ ਹੈ, ਜਿੰਨੇ ਵੀ ਘਟ ਬਣਾਏ ਸਾਰਿਆਂ ਦੇ ਵਿੱਚੋਂ ਪਰਮਾਤਮਾ ਹੈਗਾ ਭਾਈ, ਜਿਹੜਾ ਕਿ ਪੂਰੇ ਸ੍ਰਿਸ਼ਟੀ ਦੇ ਵਿੱਚ ਨਹੀਂ ਸਮਾਉਂਦਾ। ਉਹ ਮਾਲਕ ਪਰਮਾਤਮਾ ਹਰੇਕ ਘਟ ਦੇ ਵਿੱਚ ਸਮਾਇਆ ਹੋਇਆ ਹੈ। ਸਭ ਆਪੇ ਆਪ ਵਰਤਦਾ ਆਪੇ ਹੀ ਗੁਣਤਾਸ। ਉਹ ਗੁਣਾਂ ਦਾ ਖਜ਼ਾਨਾ। ਜਨ ਨਾਨਕ ਨਾਮ ਧਿਆਏ ਤੂੰ ਸਭ ਕਿਲ ਵਿਖ ਕੱਟੇ ਤਾਸ। ਕਹਿੰਦੇ ਭਾਈ ਤੂੰ ਤਾਂ ਘੱਟ ਤੋਂ ਘੱਟ ਸ਼ੁਰੂ ਹੋ ਜਾ। ਜਨ ਨਾਨਕ ਨਾਮ ਧਿਆਏ ਤੂੰ ਸਭ ਕਿਲ ਵਿਖ ਕੱਟੇ ਤਾਸ। ਸਾਰੇ ਦੇ ਸਾਰੇ ਕਿਲ ਵਿਖ ਬਜਰ ਪਾਪ ਕੀਤੇ ਹੋਏ ਤੇਰਾ ਪਿਛਲਾ ਜਿਹੜਾ ਸਾਰਾ ਦਾ ਸਾਰਾ ਲੇਖਾ ਜੋਖਾ ਖਤਮ ਕਰ ਦੇਗਾ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਦੇਖੋ ਆਪੇ ਧਰਤੀ ਸਾਜੀਨ ਆਪੇ ਆਕਾਸ਼ ਵਿੱਚ ਆਪੇ ਜੰਤ ਉਪਾਇਨ ਮੁਖ ਆਪੇ ਦੇ ਗਿਰਾਸ। ਬਿਲਕੁਲ। ਦੇਖੋ ਆਪ ਹੀ ਕਹਿੰਦੇ ਜਨਤਾ ਨੂੰ ਉਪਾਏ ਕੀਤਾ, ਪੈਦਾ ਕੀਤਾ, ਫਿਰ ਕਹਿੰਦਾ ਆਪ ਹੀ ਮੁੱਖ ਲੈ, ਫਿਰ ਉਹਨਾਂ ਨੂੰ ਗਰਾਸ ਵੀ ਦੇ ਰਿਹਾ, ਖਾਣਾ ਦੇ ਰਿਹਾ। ਫਿਰ ਆਪੇ ਧਰਤੀ ਦਾ ਉੱਤੇ ਵੇਖੋ ਉਹਨਾਂ ਨੇ ਆਪ ਹੀ। ਧਰਤੀ ਕਿਹਨੇ ਬਣਾਈ? ਤੁਸੀਂ ਬਣਾਈ? ਮੈਂ ਬਣਾਈ? ਇਹ ਤਾਂ ਪਰਮਾਤਮਾ ਨੇ ਬਣਾਈ ਹੈ। ਇੱਕ ਬਿਗ ਬੈਂਗ ਨਾਲ ਨਹੀਂ ਆਈ, ਉਹ ਉਹਨੇ ਬਣਾਈ ਹੈ, ਪ੍ਰੋਪਰਲੀ ਡਿਜ਼ਾਈਨ ਕੀਤਾ ਹੋਇਆ। ਅੱਛਾ ਸਾਜਨ ਆਪੇ ਆਕਾਸ਼। ਆਕਾਸ਼ ਦੇ ਰੂਪ ਚ ਵੀ ਆਪ ਹੀ ਬੈਠਾ ਹੈ। ਸਭ ਆਪੇ ਆਪ ਵਰਤਦਾ ਆਪੇ ਹੀ ਗੁਣਤਾਸ। ਗੁਣਤਾਸ ਦਾ ਮਤਲਬ ਹੈ ਗੁਣਾਂ ਦਾ ਖਜ਼ਾਨਾ। ਬਿਲਕੁਲ ਆਪ ਹੀ ਵਰਤਨ ਦੇ ਆ ਜੀ। ਉਹ ਕਹਿੰਦੇ ਜਨ ਨਾਨਕ ਨਾਮ ਧਿਆਇਨ ਧਿਆਏ ਤੂੰ। ਸਭ ਕਿਲ ਵਿਖ। ਕਹਿੰਦੇ ਜਨ ਨਾਨਕ ਨਾਮ ਧਿਆਏ ਤੂੰ, ਤੂੰ ਤਾਂ ਧਿਆ ਸਭ ਕਿਲ ਵਿਖ ਕੱਟੇ ਤਾਸ। ਕਹਿੰਦੇ ਉਹ ਮਾਲਕ ਪਰਮਾਤਮਾ ਜਿਹੜਾ ਧਿਆਉਂਦਾ ਹੈ ਸਾਰੇ ਬਜਰ ਪਾਪ ਉਹਦੇ ਕੱਟ ਦਿੰਦਾ ਹੈ ਤੇ ਤੂੰ ਤਾਂ ਧਿਆ ਭਾਈ। ਹਾਂਜੀ ਵੀਰ। ਹਾਂ ਤੇ ਕਹਿੰਦੇ ਉਹ ਲਕੀਰ ਮਾਰ ਦਿੰਦਾ ਜੀ। ਹੁਣ ਦੇਖੋ ਸਾਧ ਸੰਗਤ ਜੀ, ਇੱਕ ਚੀਜ਼ ਨੂੰ ਆਪ ਅੰਡਰਸਟੈਂਡ ਕਰੋ। ਆਤਮਾ ਕੀ ਹੈ? ਜਿਹੜਾ ਖਾਣ ਦਾ ਸਵਾਦ ਲੈਂਦੀ ਹੈ ਨਾ ਉਹ ਆਤਮਾ ਹੈ। ਜਿਹੜਾ ਤੁਹਾਡੇ ਅੰਦਰ ਵਹਿੰਦਾ ਪਿਆ ਨਾ, ਦੇਖੋ ਵੇਖਣ ਵਾਲਾ ਕਿੰਨੀ ਪਾਵਰਫੁਲ ਚੀਜ਼ ਆ। ਉਹਦੀ ਮਸ਼ੀਨ ਹੈ ਨਾ, ਉਹ ਆਤਮਾ ਹੈ। ਜਿਹੜਾ ਸੁਣਨ ਵਾਲਾ ਤੁਹਾਡੇ ਅੰਦਰ ਬੈਠਾ ਨਾ, ਉਹ ਵੀ ਆਤਮਾ ਹੈ। ਜੋ ਵੀ ਤੁਸੀਂ ਕਰ ਰਹੇ ਜੋ ਨਾ, ਉਹ ਸਭ ਉਹਦੇ ਪਿੱਛੇ ਆਤਮਾ ਅਨੁਭੂਤੀ ਹੈ, ਆਤਮਾ ਦੀ ਪਾਵਰ ਹੈ। ਜਿੱਦਾਂ ਤੁਹਾਡਾ ਪੱਖਾ ਚੱਲੇ, ਏਸੀ ਚੱਲੇ, ਟੀਵੀ ਚੱਲੇ, ਫ੍ਰਿਜ ਚੱਲੇ, ਉਹਦੇ ਮਗਰ ਬੱਤੀ ਹੈ। ਇਸੇ ਤਰ੍ਹਾਂ ਜੋ ਵੀ ਕੁਝ ਹੋ ਰਿਹਾ ਨਿੱਜਰ ਸਾਹਿਬ ਆਤਮਾ ਦੇ ਥਰੂ ਹੀ ਹੋ ਰਿਹਾ ਹੈ। ਬਿਲਕੁਲ ਸਹੀ ਹੈ ਜੀ। ਕਿਉਂਕਿ ਉਹ ਆਤਮਾ ਹੀ ਤਾਂ ਬਾਣੀ ਕਹਿ ਰਿਹਾ, ਆਕਾਸ਼ ਵੀ ਆਪੇ ਆ, ਧਰਤੀ ਵੀ ਆਪੇ ਆ, ਗੁਣਾਂ ਦਾ ਖਜ਼ਾਨਾ ਵੀ ਆਪੇ ਹੈ। ਆਪ ਹੀ ਜਨਤਾ ਨੂੰ ਪਾਇਆ ਹੈ, ਫਿਰ ਉਹਨਾਂ ਨੂੰ ਗਰਾਸ ਵੀ ਦੇ ਰਿਹਾ। ਆਤਮਾ ਹੀ ਤੇ ਦੇ ਰਹੀ ਹੈ। ਬਿਲਕੁਲ ਪਰਮਾਤਮਾ। ਠੀਕ ਹੈ ਜੀ। ਦੇਖੋ ਹੁਣ ਅਗਲੇ ਬੰਨੇ ਕਹਿ ਰਹੇ ਨੇ ਜਨ ਨਾਨਕ ਨਾਮ ਧਿਆਇਨ ਧਿਆਏ ਤੂੰ, ਧਿਆਏ ਤੂੰ, ਧਿਆਏ ਤੂੰ ਤੇ ਸਭ ਕਿਲ ਵਿਖ ਕੱਟੇ ਤਾਸ। ਤੇ ਫਿਰ ਕਹਿੰਦੇ ਉਹ ਕਿਲ ਵਿਖ ਤੋਂ ਕੱਟ ਦਿੰਦਾ ਉਹਨੂੰ। ਤੇ ਕਿਲ ਵਿਖ ਦਾ ਮਤਲਬ ਤੇ ਇਹ ਹੈ ਕਿ ਤੁਹਾਡੇ ਜਿਹੜੇ ਬਜਰ ਪਾਪ, ਜਿਹੜੇ ਮਾੜੇ ਬਜਰ ਪਾਪ ਜਿਹੜੇ ਨਹੀਂ ਖਤਮ ਹੋਣ ਵਾਲੇ, ਉਹ ਵੈਸੇ ਵੀ ਆਪਾਂ ਨਿਰਮਲ ਨਹੀਂ ਹੋ ਸਕਦੇ। ਆਪਾਂ ਕਿੱਥੋਂ ਨਿਰਮਲ ਹੋ ਜਾਵਾਂਗੇ? ਬਹੁਤ ਔਖਾ ਹੈ। ਤੇ ਉਹ ਮਾਫ ਕਰ ਦੇ, ਵੱਖਰੀ ਗੱਲ। ਹਾਂਜੀ ਨਜ਼ਰ ਸਾਹਿਬ। ਗੋਰਕੀ ਸਾਹਿਬ, ਕਦੀ ਜਿਹੜਾ ਜੀਵਨ ਦੇ ਵਿੱਚ ਆਪਾਂ ਨੇ ਬਜਰ ਪਾਪ ਕੀਤੇ ਹੈਗੇ, ਕਦੀ ਆਪਾਂ ਨਿਰਮਲ ਹੋਣ ਦੀ ਤਾਂ ਸੋਚੀ ਵੀ ਨਹੀਂ। ਆਪਾਂ ਨੇ ਤਾਂ ਮੈਲ ਲਾਉਣ ਦੀ ਸੋਚੀ ਨਹੀਂ, ਮੈਲ ਤਾਂ ਚੜਾਉਣ ਦੀ ਸੋਚੀ ਆਪਾਂ ਨੇ। ਹਾਂਜੀ ਵੀਰ। ਹਾਂ ਜਿਹੜੇ ਕਦੀ ਆਪਾਂ ਸਵੇਰ ਤੋਂ ਤੁਰ ਪੈਂਦੇ ਪਿਓ ਦੇ ਪੁੱਤ, ਜਦ ਤੱਕ ਕਾਲਾ ਪੇਪਰ ਨਹੀਂ ਹੁੰਦਾ ਚੈਨ ਨਾਲ ਬਹਿੰਦੇ ਨਹੀਂ। ਹਾਂ ਜੇ ਕੋਈ ਹਰੀ ਲਾਈਨ ਲਿਖਣ ਦਾ ਮੌਕਾ ਵੀ ਮਿਲਦਾ, ਆਪਾਂ ਕਹਿੰਦੇ ਨਹੀਂ ਲਾਲ ਲਿਖਣੀ, ਕੀ ਕਰ ਲੇਗਾ?
ਔਰ ਕਈ ਗੋਰਖੀ ਸਾਹਿਬ ਇੱਕ ਨਾ ਕਈ ਇਸ ਤਰ੍ਹਾਂ ਕੁਐਸਚਨ ਕਰਦੇ, ਕਹਿੰਦੇ ਜੀ ਸਾਨੂੰ ਕਿਵੇਂ ਪਤਾ ਲੱਗੂਗਾ ਜੀ, ਦੇਖੋ ਵੀ ਸਾਡੇ ਅਸੀਂ ਜਿਹੜੇ ਆ ਸਾਡੇ ਪਾਪ ਉਤਰ ਰਹੇ ਆ। ਭਾਈ ਤੁਹਾਨੂੰ ਪਤਾ ਲੱਗਿਆ ਸੀ ਵੀ ਜਦ ਤੁਸੀਂ ਚੜਾ ਰਹੇ ਸੀ ਤੁਹਾਨੂੰ ਪਤਾ ਲੱਗਿਆ ਸੀ ਵੀ ਚੜ ਰਹੇ ਆ ਪਾਪ? ਹਾਂ, ਹੁਣ ਸੂਰਜ ਚੜਿਆ ਹੈ ਨਾ ਤੇ ਕਿਸੇ ਕੋ ਪੁੱਛਣ ਦੀ ਲੋੜ ਨਹੀਂ, ਤੁਹਾਡੀਆਂ ਅੱਖਾਂ ਨੇ ਦੱਸ ਦੇਣਾ ਕਿ ਸੂਰਜ ਚੜਿਆ ਹੈ। ਜਦੋਂ ਪਾਪ ਤੁਹਾਡੇ ਤੋਂ ਉਤਰੇ ਨਾ ਤੁਹਾਡਾ ਸਰੀਰ ਹੌਲਾ ਹੋ ਜਾਣਾ ਵਾ। ਬਿਲਕੁਲ ਸਰੀਰ ਹੌਲਾ ਹੋ ਜਾਣਾ। ਹਰ ਸਿਮਰਤ ਮਨ ਤਨ ਹਰਿਆ, ਲਹਿ ਜਾਏ ਵਿਜੋਗ। ਬਿਲਕੁਲ ਖੁਸ਼ੀ ਖੇੜਾ ਸ਼ਾਂਤੀ ਆ ਜਾਣੀ। ਹਾਂ, ਤੁਸੀਂ ਇੰਝ ਹੋ ਜਾਣਾ ਜਿੱਦਾਂ ਫੁੱਲ। ਬਿਲਕੁਲ। ਉਹ ਕਹਿੰਦੇ ਨਾਮ ਕੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ, ਤੇ ਉਹ ਖੁਮਾਰੀ ਚੜਨੀ ਆ, ਫਿਰ ਸਰੀਰ ਫੁੱਲ ਵਰਗਾ ਹੋ ਜਾਣਾ। ਤੁਸੀਂ ਕਹਿਣਾ ਪਤਾ ਨਹੀਂ ਕੀ ਹੋਇਆ, ਸਰੀਰ ਬੜਾ ਹੌਲਾ ਹੋ ਗਿਆ, ਕਿਉਂਕਿ ਪ੍ਰਕਿਰਤੀ ਦੀ ਪਾਵਰ ਘਟ ਗਈ ਹੈ। ਹੁਣ ਪ੍ਰਕਿਰਤੀ ਤੈਨੂੰ ਫੜ ਨਹੀਂ ਸਕਦੀ, ਕਿਉਂਕਿ ਤੁਸੀਂ ਉਹਦੇ ਪੰਜਾਂ ਤੱਤਾਂ ਤੋਂ ਮੁਕਤ ਹੋ ਗਏ। ਜੋ ਗ੍ਰੈਵਿਟੇਸ਼ਨ ਘਟ ਗਈ ਹੈ ਤੁਹਾਡੀ, ਸੁਰਤੀ ਹੁਣ ਆਤਮਾ ਤੱਤ ਚ ਚਲ ਗਈ ਹੈ। ਇਸ ਕਰਕੇ ਪ੍ਰਕਿਰਤੀ ਤੁਹਾਡਾ ਸਰੀਰ ਜਿਹੜਾ ਬੋਝ ਲੱਗਦਾ ਸੀ ਨਾ, ਤੁਰਦੇ ਸੀ ਇੰਝ ਲੱਗਦਾ ਕਿ ਵਜਨ ਹੀ ਬੜਾ ਵਾ, ਹੁਣ ਹੌਲੀ ਹੋ ਗਏ। ਕਿਉਂ ਹੌਲੇ ਹੋ ਗਏ? ਕਿ ਨਿੱਜਾ ਸਾਹਿਬ ਅੰਦਰੋਂ ਜਿਹੜਾ ਸੂਖਮ ਸਰੀਰ ਹੈ ਨਾ, ਉਹਦੇ ਜਿਹੜੇ ਜੋ ਬਲੌਕੇਜ ਹੀ ਟੁੱਟ ਗਈ ਆ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਤੁਸੀਂ ਮੁਕਤ ਹੋ ਗਏ, ਆਪ ਮੁਕਤ ਹੋ ਗਏ ਤੇ ਫਿਰ ਕੀ ਹੋਇਆ? ਤੁਸੀਂ ਬੜੇ ਫੁੱਲ ਵਰਗੇ ਹੋ ਗਏ। ਹੁਣ ਤੇ ਬੰਦਿਸ਼ ਹੀ ਕੋਈ ਨਹੀਂ, ਕਿਉਂਕਿ ਕੋਈ ਵੀ ਚੀਜ਼ ਤੁਹਾਡੇ ਕੋਲ ਆਉਂਦੀ ਆ, ਤੁਹਾਡਾ ਮਨ ਤੁਹਾਡੀ ਬੁੱਧੀ ਚ ਉਹਨੂੰ ਜਸਟੀਫਾਈ ਕਰਦੀ ਆ, ਜਿਹੜੀ ਸਾਰ ਚੀਜ਼ ਕੱਢ ਲੈਂਦੀ ਆ, ਜਿਹੜਾ ਗੰਦਮੰਦ ਸੁੱਟ ਦਿੰਦੀ ਆ। ਜਿੱਦਾਂ ਤੁਸੀਂ ਸਬਜ਼ੀ ਬਣਾਉਣੀ ਹੋਵੇ, ਛਿਲਕੇ ਛੁਲਕੇ ਚੁੱਕੇ ਉਹ ਵਗਾਹ ਮਾਰੀ ਦੇ ਆ, ਜਿਹੜੀ ਕੰਮ ਦੀ ਚੀਜ਼ ਕੱਢ ਕੇ ਉਹ ਬਣਾ ਕੇ ਖਾ ਲੈਂਦੇ। ਫਰੂਟ ਵੀ ਖਰਾਬ ਆ, ਸਾਈਡ ਤੇ ਕੱਟ ਕੇ ਸਾਈਡ ਤੇ ਕਰ ਦਿੰਦੇ, ਚੰਗੀ ਚੀਜ਼ ਕੱਢ ਕੇ ਖਾ ਲੈਂਦੇ ਉੱਥੇ। ਇਹ ਤਾਂ ਬ੍ਰਹਮ ਗਿਆਨੀ ਹੈ ਨਾ। ਬ੍ਰਹਮ ਗਿਆਨੀ ਚ ਫਰਕ ਕੀ ਹੈ? ਕਿਉਂਕਿ ਉਹ ਚੰਗੀ ਚੀਜ਼ ਮੱਖਣ ਖਾ ਲੈਂਦਾ ਵਾ, ਉਹ ਲੱਸੀ ਵਹਿੰਦਾ ਹੀ ਨਹੀਂ। ਕੰਮ ਦੀ ਚ ਸਾਰ ਕੱਢ ਲੈਂਦਾ। ਸਾਰ ਦਾ ਮਤਲਬ ਸੱਚ ਕੱਢ ਲੈਂਦਾ, ਔਰ ਜਿਹੜਾ ਝੂਠ ਨੂੰ ਛੱਡ ਦਿੰਦਾ, ਹੋਰ ਸੌਖਾ ਕਰ ਦਿੰਦਾ। ਠੀਕ ਹੈ ਜੀ। ਅੱਗੇ ਬੰਨੇ ਪੌੜੀ ਬੋਲੋ ਜੀ। ਹਾਂਜੀ, ਪੌੜੀ ਜਿਹੜੀ ਹੈਗੀ, ਪੌੜੀ ਉਹੀ ਇਹਦਾ ਹੀ ਸਾਰ ਹੈ ਦੋਨੋਂ ਸ਼ਲੋਕਾਂ ਦਾ। ਪੌੜੀ ਕਹਿੰਦੀ ਆ ਬਈ ਦੇਖੋ ਮਾਲਕ ਪਰਮਾਤਮਾ ਜਿਹੜਾ ਹੈਗਾ ਨਾ, ਤੂੰ ਸੱਚਾ, ਪੌੜੀ ਤੂੰ ਸੱਚਾ ਸਾਹਿਬ ਸੱਚ ਹੈ। ਦੇਖੋ ਪਹਿਲੀ ਗੱਲ ਤਾਂ ਕਹਿੰਦੇ ਤੂੰ ਸੱਚਾ, ਹਮੇਸ਼ਾ ਸੱਚ ਆ, ਤੂੰ ਸੱਚਾ ਆ ਤੇ ਮਾਲਕ ਵੀ ਹੈਗਾ ਆ ਤੇ ਸੱਚ ਹੈਗਾ ਆ। ਸੱਚ ਸੱਚੇ ਭਾਵ ਹੈ, ਤੂੰ ਸੱਚਾ ਹੈਗਾ, ਇਸ ਕਰਕੇ ਤੈਨੂੰ ਸੱਚ ਹੀ ਪਾਉਂਦਾ ਹੈ। ਔਰ ਝੂਠ ਤੂੰ ਆਪ ਪੈਦਾ ਕੀਤਾ ਹੈ, ਆਹੀ ਖੇਡ ਪਾਈ ਹੋਈ ਆ। ਝੂਠ ਪੈਦਾ ਕੀਤਾ ਹੈ ਤੂੰ ਆਪਾਂ ਨੂੰ ਉਲਝਾਉਣ ਵਾਸਤੇ, ਇਹ ਜਿਹੜੀ ਭੂਲ ਭੁਲਈ ਆ। ਪਰ ਤੈਨੂੰ ਸੱਚ ਪਾਉਂਦਾ ਹੈ ਪਾਏ, ਨਿਕਲਣਾ ਉਹਨੇ ਜਿਹਨੂੰ ਸੱਚ ਪਾ ਜੂਗਾ, ਕਿਉਂਕਿ ਮਾਲਕ ਸੱਚ ਹੈ। ਤੇ ਜਿਹਨੂੰ ਸੱਚ ਪਾ ਗਿਆ, ਉਹ ਕਹਿੰਦੇ ਉਹਨੂੰ ਮੈਂ ਕੱਢ ਕੇ ਉਹਨੂੰ ਵੀ ਸੱਚ, ਉਹ ਵੀ ਸੱਚ ਹੋ ਜਾਏਗਾ। ਉਹ ਝੂਠ ਛੱਡਤਾ, ਉਹਨੇ ਝੂਠ ਨਹੀਂ ਚਾਹੀਦਾ ਉਹਨੂੰ, ਪਰ ਜਿਹਨੂੰ ਝੂਠ ਚਾਹੀਦਾ ਉਹ ਨਹੀਂ ਨਿਕਲ ਪਾਏਗਾ। ਤੂੰ ਸੱਚਾ ਸਾਹਿਬ ਸੱਚ ਹੈ, ਸੱਚ ਸੱਚੇ ਭਾਵ ਹੈ। ਜੋ ਤੁਧ ਸੱਚ ਸਲਾਹਿੰਦੇ, ਤਿੰਨ ਜਮ ਕੰਕੜ ਨੇੜ ਨਾ ਆਵੇ। ਦੇਖੋ ਕਹਿੰਦੇ ਜਿਹੜੇ ਵੀ ਤੇਰੀ ਭਗਤੀ ਕਰਦੇ ਆ, ਬਸ ਉਹ ਸੱਚ ਦੇ ਨਾਲ ਜੁੜ ਗਏ, ਉਹਨਾਂ ਨੂੰ ਫਿਰ ਜਮ ਕੰਕੜ ਨੇੜੇ ਨਹੀਂ ਆਉਂਦੇ। ਉਹਨਾਂ ਦੀ ਜਿਹੜੇ ਭਗਤੀ ਕਰਦੇ ਹੈਗੇ, ਉਹਨਾਂ ਦੇ ਵੀ ਨੇੜੇ ਜਮ ਨਹੀਂ ਜਾਣਗੇ ਪਾਏ। ਜਿਨ੍ਹਾਂ ਨੇ ਭਗਤੀ ਸ਼ੁਰੂ ਕਰਤੀ ਆ, ਜੂਨਾਂ 'ਚ ਨਹੀਂ ਜਾਣਗੇ। ਤਿਨਕੇ ਮੁਖ ਦਰ ਉਜਲੇ, ਜਿਨ ਹਰ ਹਿਰਦੇ ਸੱਚਾ ਭਾਵ ਹੈ। ਜਿਨ੍ਹਾਂ ਨੂੰ ਹਿਰਦੇ 'ਚ ਸੱਚ ਪਾਉਂਦਾ ਆ, ਜਿਨ੍ਹਾਂ ਦੇ ਹਿਰਦੇ 'ਚ ਸੱਚ ਪਾਉਂਦਾ, ਜਿਹੜੇ ਸੱਚ ਦੇ ਗਾਹਕ ਹੈਗੇ ਆ, ਕਹਿੰਦੇ ਉਹਨਾਂ ਦੇ ਮੁੱਖ ਜਿਹੜੇ ਹੈਗੇ ਪਰਮੇਸ਼ਰ ਦੇ ਦਰ 'ਤੇ ਉਜਲੇ ਆ ਭਾਈ। ਕੁੜਿਆਰ ਪਿਛਾਹਾਂ ਸੱਟੀਅਨ, ਕੂੜ ਹਿਰਦੈ ਕਪਟ ਮਹਾ ਦੁੱਖ ਪਾਵੈ। ਕਹਿੰਦੇ ਜਿਹੜੇ ਹੁਣ ਝੂਠ ਨੂੰ ਲਾਇਕ ਕਰਦੇ ਆ ਪਾਏ, ਜਿਨ੍ਹਾਂ ਨੂੰ ਝੂਠ ਚਾਹੀਦਾ, ਜਿਨ੍ਹਾਂ ਨੂੰ ਸਵਾਦ ਚਾਹੀਦੇ, ਜਿਨ੍ਹਾਂ ਨੂੰ ਪਦਾਰਥ ਚਾਹੀਦੇ, ਜਿਨ੍ਹਾਂ ਨੂੰ ਦੁਨੀਆ ਦੇ ਸਾਰਾ ਸਮਾਨ ਚਾਹੀਦਾ ਪਾਏ, ਕਹਿੰਦੇ ਉਹਨਾਂ ਨੂੰ ਫਿਰ ਪਿੱਛੇ ਪਾਏ। ਕੁੜਿਆਰ ਉਹ ਝੂਠ ਦੇ ਯਾਰ ਹੈਗੇ ਭਾਈ। ਕੁੜਿਆਰ ਪਿਛਾਹਾਂ ਸੱਟੀਅਨ, ਉਹਨਾਂ ਨੂੰ ਪਿੱਛੇ ਸੁੱਟ ਦਿੰਦੇ, ਮਾਲਕ ਦੀ ਦਰਗਾਹ 'ਚ ਨਹੀਂ ਜਾਂਦੇ ਪਾਏ। ਪਿਛਾਹਾਂ ਕਿੱਥੇ ਸੁੱਟ ਦਿੰਦੇ ਆ? ਕਹਿੰਦੇ ਉਹ 84 ਲੱਖ ਜੂਨਾਂ ਪਈਆਂ ਹੋਈਆਂ। ਧਰਮਰਾਜ ਹੈਗਾ ਉਹਦਾ ਜਿਹੜਾ ਹੈਗਾ ਇੰਚਾਰਜ। ਕੁੜਿਆਰ ਪਿਛਾਹਾਂ ਸੱਟੀਅਨ, ਕੂੜ ਹਿਰਦੈ ਕਪਟ ਮਹਾ ਦੁੱਖ ਪਾਵੈ। ਕਹਿੰਦੇ ਉਹਦੇ ਹਿਰਦੇ 'ਚ ਕੂੜ ਆ ਭਾਈ, ਕੂੜ ਚਾਹੁੰਦਾ ਹੈ। ਔਰ ਕੂੜ ਨਾਮ ਦੀ ਚੀਜ਼ ਜਿਹੜੀ ਹੈਗੀ ਉਹ ਦੁੱਖ ਹੈਗੀ ਆ, ਮਹਾ ਦੁੱਖ ਹੈਗੇ ਉਹਦੇ ਵਿੱਚ, ਤੇ ਉਹ ਚਾਹੁੰਦਾ ਹੈ, ਇਸ ਕਰਕੇ ਉਹਨੂੰ ਉੱਥੇ ਰੱਖਿਆ ਜਾਂਦਾ ਹੈ। ਮੂੰਹ ਕਾਲੇ ਕੁੜਿਆਰੀਆਂ, ਕੁੜਿਆਰ ਕੂੜੋ ਹੋਏ ਜਾਵੇ। ਕਹਿੰਦੇ ਫਿਰ ਐਸੇ ਕੁੜਿਆਰਾਂ ਦੇ ਜਿਹੜੇ ਅਕਾਲਕ ਆ, ਕਾਰਨਸ਼ੀਰ ਵਧਿਆ ਰਹਿੰਦਾ ਹੈ, ਮੂੰਹ ਕਾਲੇ ਹੁੰਦੇ ਆ ਉਹਨਾਂ ਦੇ। ਕਹਿੰਦੇ ਉਹ ਕੁੜਿਆਰ ਹੈਗੇ, ਤੇ ਫਿਰ ਕਿਉਂ ਕੁੜਿਆਰ ਕੂੜ ਨੂੰ ਲਾਇਕ ਕਰਦੇ ਆ, ਤੇ ਕੁੜਿਆਰ ਹੀ ਹੋ ਜਾਂਦੇ ਆ ਭਾਈ, ਝੂਠੇ ਹੀ ਹੋ ਜਾਂਦੇ ਆ। ਤੇ ਜਨਮ ਮਰਨ ਦਾ ਗੇੜਾ ਜਿਹੜਾ ਹੈਗਾ ਇਸੇ ਤਰੀਕੇ ਦੇ ਨਾਲ ਚੱਲਦਾ ਰਹਿੰਦਾ ਹੈ। ਹਾਂਜੀ ਵੀਰ ਜੀ।
ਹਾਂਜੀ ਠੀਕ ਹੈ ਜੀ। ਸਾਧ ਸੰਗਤ ਜੀ ਦੇਖੋ ਕੀ ਕਹਿ ਰਹੇ ਨੇ, ਕਿ ਪ੍ਰਮਾਤਮਾ ਸੱਚ ਹੈ। ਮੈਨੂੰ ਦੱਸੋ, ਤੁਹਾਨੂੰ ਝੂਠ ਚੰਗਾ ਲੱਗਦਾ? ਦੱਸੋ ਮੈਨੂੰ, ਤੁਸੀਂ ਦੱਸੋ। ਤੁਹਾਡੇ ਨਾਲ ਕੋਈ ਝੂਠ ਕਰੇ, ਤੁਹਾਡੇ ਨਾਲ ਕੋਈ ਝੂਠ ਬੋਲੇ, ਤੁਹਾਡੇ ਨਾਲ ਕੋਈ ਠੱਗੀ ਮਾਰੇ, ਤੁਸੀਂ ਇਹਨੂੰ ਪਸੰਦ ਕਰੋਗੇ? ਸਾਧ ਸੰਗਤ ਜੀ ਇੱਕ ਸਵਾਲ ਕਰਦਾ, ਨਹੀਂ। ਤੇ ਫਿਰ ਪ੍ਰਮਾਤਮਾ ਕਿੱਥੋਂ ਕਰੂਗਾ? ਹਾਂ, ਜੇ ਮੈਂ ਨਹੀਂ ਕਰ ਸਕਦਾ, ਪ੍ਰਮਾਤਮਾ ਕਿੱਥੋਂ ਕਰੂਗਾ? ਇਹ ਕਹਿੰਦੇ ਸੱਚੇ ਨੂੰ ਸੱਚ ਹੀ ਪਾਉਂਦਾ ਵਾ, ਉਹ ਵੀ ਕਹਿੰਦਾ ਮੈਨੂੰ ਸੱਚ ਚੰਗਾ ਲੱਗਦਾ ਹੈ। ਹਾਂ, ਦੂਜਿਆਂ ਤੇ ਵਹਿੰਦਾ ਵੀ ਨਹੀਂ ਉਹ। ਬਿਲਕੁਲ। ਇਸ ਕਰਕੇ ਉਹਦੇ ਤਰੱਥੇ ਜਾਣਾ ਹੈ ਤੇ ਕਹਿੰਦੇ ਸੱਚ ਨੂੰ ਅੱਗੇ ਲਿਆਉਣਾ ਪਊਗਾ। ਫਿਰ ਕਹਿੰਦੇ ਜੋ ਤੁਧ ਸੱਚ ਸਲਾਹ ਦੇ ਤਿੰਨ ਜਮ ਕੰਕਰ ਨੇਣਾ। ਤੇ ਕਹਿੰਦੇ ਜਿਹੜੇ ਸੱਚ 'ਚ ਚੱਲਦੇ ਆ, ਸੱਚ ਨੂੰ ਜੀਵਨ 'ਚ ਆਪਣਾ ਹਿੱਸਾ ਬਣਾ ਲੈਂਦੇ ਆ, ਤੇ ਫਿਰ ਉਹਨਾਂ ਨੂੰ ਕੀ ਲੋੜ ਪਈ ਜਮਦੂਤਾਂ ਤੋਂ ਡਰਨ ਦੀ? ਹਾਂ, ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਜਹ ਬਾਣੀ ਚ ਆਉਂਦਾ ਡਰੇ ਤੇ ਉਹ ਨਾ ਕਿ ਜਿਹੜਾ ਨਕਲੀ ਹੈ। ਹਾਂਜੀ, ਗੋਰਖੀ ਸਾਹਿਬ ਇੱਕ ਨਾ ਸ਼ਲੋਕ ਹੈਗਾ, ਮੇਰੇ ਕੋਲ 5ਵੀਂ ਪਾਤਸ਼ਾਹੀ ਦਾ ਸ਼ਲੋਕ ਹੈਗਾ, ਉਹਦੇ ਚ ਆਉਂਦਾ ਹੈ, ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਤੂੰ ਨਾ ਹੋ ਮੈਂ ਨਾ ਛੁਟੋ, ਨਿਕਟ ਨਾ ਜਾਈਓ ਦੂਤ। ਕਹਿੰਦੇ ਜਿੱਥੇ ਕੀਰਤਨ, ਜਿੱਥੇ ਸੱਚ ਹੈਗਾ ਪਿਆਰਿਓ, ਜਿੱਥੇ ਸੱਚ ਹੈਗਾ, ਜਿੱਥੇ ਕੋਈ ਭਗਤੀ ਕਰ ਰਿਹਾ ਆ ਪਰਮੇਸ਼ਰ ਦੀ, ਉੱਥੇ ਅੱਖ ਵੀ ਨਾ ਚੱਕ ਕੇ ਉਧਰ ਨੂੰ ਝਾਕ ਨਾ ਲਿਓ, ਤੇ ਤੁਸੀਂ ਵੀ ਨਹੀਂ ਛੁੱਟ ਸਕਦੇ, ਮੈਂ ਵੀ ਨਹੀਂ ਛੁੱਟ ਸਕਦਾ। ਆਹ ਧਰਮਰਾਜ ਦੀ ਇੰਸਟਰਕਸ਼ਨ ਹੈਗੀ ਜਮਦੂਤਾਂ ਨੂੰ, ਕਹਿੰਦੇ ਨਿਕਟ ਨਾ ਜਾਈਓ ਦੂਤ, ਉਹਦੇ ਨੇੜੇ ਨਾ ਜਾਈਓ ਪਾਏ। ਹਾਂਜੀ ਵੀਰ ਜੀ। ਬਿਲਕੁਲ ਠੀਕ ਹੈ ਜੀ। ਜਿੱਥੇ ਸੱਚ ਹੈਗਾ ਉੱਥੇ ਜਮਦੂਤ ਨੇ ਕੀ ਕਰਨਾ? ਆਤਮਾ ਪ੍ਰਗਟ ਹੋ ਕੇ ਬੈਠੀ ਹੈ, ਸੱਚ ਹੀ ਤੇ ਹੈਗਾ। ਸੱਚ ਦੇ ਵਿੱਚ ਕੁਝ ਨਹੀਂ ਜਾ ਸਕਦਾ। ਤੁਸੀਂ ਝੂਠ ਬੋਲ ਕੇ ਵੇਖ ਲਓ, ਜਿੰਨਾ ਮਰਜ਼ੀ ਝੂਠ ਬੋਲੋ, ਤੁਹਾਡਾ ਮਨ ਸ਼ਾਂਤ ਨਹੀਂ ਹੋਣਾ। ਜਿੱਦਾਂ ਤੁਸੀਂ ਸੱਚ ਬੋਲਤਾ, ਗੱਲ ਖਤਮ ਹੋ ਗਈ। ਤੁਹਾਡੇ ਵੇਖੋ, ਤੁਹਾਡੇ ਅੰਦਰ ਸ਼ਾਂਤੀ ਆ ਜਾਊਗੀ। ਕਿਸੇ ਨੇ ਝੂਠ ਬੋਲ ਕੇ ਵੇਖੋ, ਤੁਹਾਡੀ ਸ਼ਾਂਤੀ ਭੰਗ ਹੋ ਜਾਣੀ ਹੈ। ਉਹਨੂੰ ਸੱਚ ਸੁਣਾ ਦਿਓ, ਗੱਲ ਖਤਮ ਹੋ ਗਈ। ਅਗਲਾ ਵੀ ਸੱਚ ਜਾਣਦਾ, ਉਹ ਵੀ ਸ਼ਾਂਤੀ ਨਾਲ ਬਹਿ ਗਿਆ। ਤੇ ਜੇਕਰ ਆਪਾਂ ਸੱਚ ਨੂੰ ਨਹੀਂ ਕਰਦੇ, ਬੋਲਦੇ ਹੀ ਨਹੀਂ ਉਹਦੇ ਬਾਰੇ, ਫਿਰ ਤੇ ਝੂਠ ਹੀ ਹੈ। ਝੂਠ ਫਿਰ ਉਹ ਤੇ ਅੰਦਰ ਗੰਦ ਹੀ ਇਕੱਠਾ ਹੋਈ ਜਾਣਾ, ਤੇ ਕੂੜ ਦਾ ਕੋਈ ਫਾਇਦਾ ਨਹੀਂ ਹੈ, ਕਿਉਂਕਿ ਕੂੜ ਦਾ ਮੂੰਹ ਕਾਲਾ ਹੈ। ਬਿਲਕੁਲ। ਜੇ ਤੁਸੀਂ ਕੂੜ ਦੇ ਨਾਲ ਹੀ ਆਪਣਾ ਜੀਵਨ ਬਤੀਤ ਕਰਕੇ ਬੜੇ ਖੁਸ਼ ਜੋ, ਉੱਥੇ ਮੱਥਾ ਟੇਕ ਕੇ ਆਉਂਦੇ ਜੋ ਗੁਰਦੁਆਰੇ ਤੇ ਪ੍ਰਸ਼ਾਦ ਚੜਾਉਂਦੇ ਜੋ, ਤੇ ਫਿਰ ਤੇ ਬਾਣੀ ਤੇ ਮਨਾ ਕਰਦੀ ਹੈ, ਕਹਿੰਦੀ ਨਹੀਂ, ਉਹ ਪਰਮਾਤਮਾ ਨੂੰ ਸੱਚ ਚਾਹੀਦਾ ਹੈ। ਔਰ ਪਰ ਤੂੰ ਇੱਥੇ ਜੋ ਕਰ ਰਿਹਾ, ਤੂੰ ਅੰਦਰੋਂ ਹੈ ਨਹੀਂ। ਬਿਲਕੁਲ। ਤੇ ਇਸ ਕਰਕੇ ਤੂੰ ਧੋਖਾ ਕਿਹਨੂੰ ਦੇ ਰਿਹਾ? ਉਹ ਤੇਰੀ ਮਰਜ਼ੀ ਆ, ਇਟ ਅਪ ਟੂ ਯੂ, ਕਿਉਂਕਿ ਜੀਵਨ ਤੇਰਾ ਹੈ, ਕਿਸੇ ਦਾ ਕੋਈ ਕਨੈਕਸ਼ਨ ਨਹੀਂ। ਕੋਈ ਡੁੱਬੇਗਾ ਤੇ ਆਪ ਡੁੱਬੇਗਾ ਨਾ, ਤੁਸੀਂ ਕਿਉਂ ਡੁੱਬੋਗੇ? ਇੱਕ ਬੰਦਾ ਆਪਣੀ ਕਬਰ 'ਚ ਵੜੇਗਾ, ਉਹ ਮੇਰੀ ਕਬਰ ਉਹਦੇ ਨਾਲ ਥੋੜੀ ਬਣਨੀ ਹੈ, ਮੇਰੀ ਤੇ ਵੱਖਰੀ ਹੈ। ਬਿਲਕੁਲ ਸਹੀ ਗੱਲ ਹੈ। ਕੁਛ ਵੀ ਕਰੇ ਹੈ ਨਿਚਰ ਸਾਹਿਬ। ਬਿਲਕੁਲ। ਜੇ ਆਪਾਂ ਹੁਣ ਜੇ ਸੱਚ ਦੇ ਨਾਲ ਜੁੜੇ ਆ, ਤੇ ਆਪਾਂ ਨੂੰ ਤਾਂ ਡਰਨ ਦੀ ਲੋੜ ਹੀ ਨਹੀਂ। ਜੇ ਆਪਾਂ ਝੂਠ ਦੇ ਨਾਲ ਜੁੜੇ ਹੋਏ ਆ, ਤੇ ਝੂਠ ਦਾ ਤਾਂ ਜਿਹੜਾ ਪਲੰਮਾ, ਜਿਹੜਾ ਜਿੰਨਾ ਮਰਜ਼ੀ ਲਪੇਟ ਲਓ ਉਹਨੂੰ, ਉਹ ਜਿਹੜਾ ਹੈਗਾ ਉਹ ਤਾਂ ਉਗੜ ਜਾਣਾ ਹੈ ਪਾਏ। ਖੋਟਾ ਡੱਬੂ ਆਇਆ, ਉਹ ਤਾਂ ਖੋਟ ਜਿਹੜੀ ਹੈ ਤੁਹਾਡੀ ਸਾਹਮਣੇ ਦਰਗਾਹ 'ਚ ਨਹੀਂ ਚੱਲਣੀ ਪਾਈ। ਹਾਂਜੀ ਵੀਰ ਜੀ। ਹਾਂ ਬਿਲਕੁਲ ਠੀਕ ਹੈ ਜੀ। ਸੋ ਇਸ ਕਰਕੇ ਅੱਜ ਦੀ ਵਿਚਾਰ ਦਾ ਜੋ ਆਪਾਂ ਸਿੱਟਾ ਕੱਢਿਆ, ਸਭ ਤੋਂ ਪਹਿਲਾਂ ਗੱਲ ਹੈ ਤੁਹਾਡਾ ਮਨ ਦੀ ਇਕਾਗਰਤਾ ਬੜੀ ਜ਼ਰੂਰੀ ਹੈ। ਜੇਕਰ ਤੁਹਾਡਾ ਮਨ ਉੱਥੇ ਮੌਜੂਦ ਨਹੀਂ ਆ, ਤੇ ਉਹ ਸਵੀਕਾਰ ਨਹੀਂ ਹੁੰਦੀ ਭਗਤੀ। ਬਾਣੀ ਤੇ ਉਹ ਕਹਿ ਰਹੀ ਹੈ, ਤੇਰਾ ਮਨ ਦਾ ਇਕਾਗਰ ਹੋਣਾ ਬਹੁਤ ਜ਼ਰੂਰੀ ਹੈ। ਔਰ ਜਦੋਂ ਤੇਰਾ ਮਨ ਇਕਾਗਰ ਹੋਊਗਾ, ਤੇਰਾ ਧਿਆਨ ਇਕਾਗਰ ਹੋਊਗਾ, ਤੇ ਜੋ ਵੀ ਕਰੇਗਾ ਉਹ ਭਗਤੀ ਹੈ। ਹਾਂ, ਔਰ ਸੱਚ ਦੇ ਨਾਲ ਜੁੜਨਾ ਹੈ ਆਪਾਂ ਨੇ, ਬਸ ਆਹ ਗੱਲ ਹੈਗੀ। ਹਾਂ, ਤੇ ਸੱਚ ਨੂੰ ਸੱਚ ਚੰਗਾ ਲੱਗਦਾ। ਸੋ ਬਿਜ਼ਨਸ ਕਿਹਦਾ ਕਰਨਾ? ਆਪਾਂ ਸੱਚ ਦਾ ਕਰਨਾ। ਸੋ ਅੱਜ ਦਾ ਦਿਨ ਤੇ ਲੰਘ ਗਿਆ, ਕੱਲ ਫੇਰ ਟਰਾਈ ਕਰੋ। ਇਹੋ ਹੀ ਹੋ ਸਕਦਾ। ਬਿਲਕੁਲ ਸਹੀ ਹੈ। ਸੰਗਤ ਤੁਹਾਡੇ ਅੰਦਰ ਕੀ ਪੈਦਾ ਕਰ ਰਹੀ ਹੈ? ਸੰਗਤ ਤੁਹਾਡੇ ਅੰਦਰ ਗਿਆਨ ਪੈਦਾ ਕਰ ਰਹੀ ਹੈ, ਕੋਸ਼ਿਸ਼ ਕਰ ਰਹੀ ਹੈ ਕਿ ਸ਼ਾਇਦ ਦੀਪਕ ਜਗ ਜਾਵੇ। ਅੱਜ ਨਹੀਂ ਜਲਿਆ ਤੇ ਕੱਲ ਜਲ ਜੂਗਾ। ਥੋੜਾ ਬਹੁਤਾ ਹੀਟ ਬਾਰ ਕਿਤੇ ਵੇਖਿਆ, ਸਕੂਟਰ ਜਦੋਂ ਨਹੀਂ ਸਟਾਰਟ ਹੁੰਦਾ, ਆਪਾਂ ਕਿੱਕਾਂ ਮਾਰਦੇ ਆ ਨਾ ਉਹਤੇ, ਆਪਾਂ ਇੱਕ ਕਿੱਕ ਮਾਰ ਕੇ ਥੋੜੀ ਕਹੀਦਾ ਕਿ ਦਫਾ ਕਰੋ ਸਕੂਟਰ ਨੂੰ, ਇਹ ਸਟਾਰਟ ਨਹੀਂ ਹੁੰਦਿਆ। ਆਪਾਂ ਬਾਰ ਟਰਾਈਆਂ ਕਰਦੇ, ਕਿਤੇ ਵਿੰਗਾ ਕਰਦੇ, ਕਿਤੇ ਟੇਢਾ ਕਰਦੇ ਆ, ਉਹਨੂੰ ਕਿੱਕਾਂ ਮਾਰ ਕੇ ਸਟਾਰਟ ਕਰਨ ਦੀ ਕੋਸ਼ਿਸ਼ ਕਰ। ਇਸੇ ਹੀ ਤਰ੍ਹਾਂ ਸੰਗਤ ਕੀ ਕਰਦੀ ਹੈ, ਹਰ ਦਿਨ ਤੁਹਾਡੇ ਅੰਦਰ ਕਿੱਕ ਮਾਰਦੀ ਹੈ ਕਿ ਸ਼ਾਇਦ ਤੇਰਾ ਇੰਜਨ ਸਟਾਰਟ ਹੋ ਜਾਏ ਸੱਚ ਵਾਲਾ। ਔਰ ਜਿੱਦਾਂ ਤੇਰਾ ਇੰਜਨ ਸਟਾਰਟ ਹੋ ਗਿਆ, ਫਿਰ ਤੇ ਗੱਲ ਖਤਮ ਹੋ ਗਈ ਨੇ ਜੈਸਾ। ਬਿਲਕੁਲ। The game is done। ਇਹ ਹੋਈ ਗੱਲ। ਅੱਜ ਦੀ ਵਿਚਾਰ ਇੱਥੇ ਹੀ ਸਮਾਪਤ ਨੇ ਜੈਸਾ। ਬਿਲਕੁਲ ਜੀ, ਬਹੁਤ ਵਧੀਆ ਜੀ, ਬਿਲਕੁਲ ਵਧੀਆ। ਹਾਂਜੀ, ਅੱਜ ਦੀ ਵਿਚਾਰ ਇੱਥੇ।
ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ। ਤੇ ਮੇਰੇ ਪਿਤਾ ਗਰੀਬ ਨਵਾਜ ਬਾਣੀ ਪੜ੍ਹਦੇ ਆ, ਵਿਚਾਰ ਕਰਦੇ ਆ, ਬਾਣੀ ਸਰਵਣ ਕਰਦੇ ਆ, ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਤੇ ਗਲਤੀਆਂ ਹੋ ਗਈਆਂ, ਨਿਦਾਨ ਬੱਚੇ ਸਮਝ ਕੇ ਮਾਫ ਕਰੋ। ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ਣੀ, ਆਈਆਂ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ, ਦੇਹ ਨਿਰੋਗਤਾ ਬਖਸ਼ਣੀ, ਤੰਦਰੁਸਤੀ ਬਖਸ਼ਣੀ। ਮੇਰੇ ਪਿਤਾ ਇੱਕ ਸਾਧਕ ਹੈ, ਉਹਨਾਂ ਦੀ ਲੜਕੀ ਦੇ ਪੇਟ ਦੇ ਵਿੱਚ ਪੱਥਰੀ ਹੈ ਤੇ ਰਿਪੋਰਟ ਦੇ ਵਿੱਚ ਆਈ ਹੈ। ਆਪ ਜਾਨੀ ਜਾਣ ਜੋ, ਉਹਨਾਂ ਨੂੰ ਤੰਦਰੁਸਤੀ ਬਖਸ਼ੋ ਮੇਰੇ ਮਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ। ਸਾਧ ਸੰਗਤ ਜੀ ਤੁਸੀਂ ਚੁੱਪ ਹੋ ਜਾਓ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।